जेता समुंद सागर नीर भरिया, तेते अवगुण हमारे। दया करो किश मेहर अपाओ, डुबदे पत्थर तारे। जी अड़ाए अगन बराबर तपै, पीतर वगै काते। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। फतेह बुला के छुट्टियां, फतेह बुला के हाजरी प्रवान करो। वाहिगुरु जी का खालसा, वाहिगुरु जी की फतेह। सतगुरु कहते ने प्रणवत नानक हुक्म पछाणै, सुख होवे दिन राती। संसार दे उत्ते जो भी जीव आया ਉਹ ਸੁਖ ਲੈਣ ਵਾਸਤੇ ਹੀ ਇੱਥੇ ਸੰਸਾਰ ਦੇ ਉੱਤੇ ਆਇਆ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਦੁੱਖ ਦੀ ਘੜੀ ਮੇਰੇ ਉੱਤੇ ਆਵੇ। ਸਾਰੇ ਚਾਹੁੰਦੇ ਨੇ ਵੀ ਹਰ ਵੇਲੇ ਸੁੱਖ ਹੀ ਸੁੱਖ ਸਾਨੂੰ ਪ੍ਰਾਪਤ ਹੋਵੇ, ਭਾਵੇਂ ਕਿਸੇ ਰੂਪ ਦੇ ਵਿੱਚ ਉਹ ਸੁੱਖ ਆ ਜਾਵੇ। ਪਰ ਉਸ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਭਾਈ ਗੁਰੂ ਨਿਰੰਕਾਰ ਕਹਿੰਦੇ ਨੇ ਵੀ ਉਹਦੇ ਹੁਕਮ ਨੂੰ ਪਛਾਣਨਾ ਪਏਗਾ। ਜੋ ਉਸ ਦਾ ਹੁਕਮ ਹੈ, ਉਸ ਹੁਕਮ ਦੇ ਵਿੱਚ ਜਦੋਂ ਆਪਾਂ ਚੱਲਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਰਹਿਮਤ ਆਪਣੇ ਉੱਤੇ ਕਰਨਗੇ। ਜੋ ਪਿਛਲਾ ਅਧਿਆਇ ਸੀ, ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਬਚਨ ਭਾਵਨਾ ਦੇ ਨਾਲ ਪਤਾ ਨਹੀਂ ਲੱਗਦਾ ਕਿਹੜਾ ਕਹਿ ਜਾਂਦੇ ਹਾਂ। ਉੱਥੇ ਜਦੋਂ ਅਸੀਂ ਸਿਕੰਦਰ ਦੀ ਗੱਲ ਕੀਤੀ ਨਾ, ਤੇ ਸਿਕੰਦਰ ਨੂੰ ਅਸੀਂ ਦਰਵੇਸ਼ ਕਹਿ ਬੈਠੇ, ਬੜੀ ਭਾਰੀ ਭੁੱਲ ਕੀਤੀ। ਇਹ ਤਾਂ ਬੜਾ ਜਗਦਾ, ਬਹੁਤ ਤਗੜਾ ਕਾਤਲ ਹੋਇਆ, ਬੜਾ ਇਸ ਨੇ ਇਨਸਾਨੀ ਜਾਮੇ ਦਾ ਨੁਕਸਾਨ ਕੀਤਾ। ਸੋ ਇਹ ਰਾਕਸ਼ ਬੁੱਧੀ ਵਾਲੇ ਨੂੰ ਜੋ ਇਹ ਬਚਨ ਨਿਕਲ ਗਿਆ, ਉਹਦੀ ਅਸੀਂ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ। ਆਓ ਜੋ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸੁੱਖ ਦੇ ਵਿੱਚ ਜੀਵਨ ਬਤੀਤ ਕਰਨ ਵਾਸਤੇ ਨਿਰੰਕਾਰ ਜੀ ਗਿਆਨ ਦਿੰਦੇ ਨੇ, ਉਸ ਦੇ ਨਾਲ ਜੁੜੋ ਜੀ। ਅੰਗ 238 गौड़ी महला पंजवा। हर स्यों जुरै ता सबको मीत, हर स्यों जुरै ता ने चल चीत। ਨਿਰੰਕਾਰ ਇੱਥੇ ਮਨ ਨੂੰ ਗਿਆਨ ਦਿੰਦੇ ਨੇ ਭਾਈ। ਕਹਿੰਦੇ ਨੇ ਜਿਸ ਵੇਲੇ ਇਹ ਹਰੀ ਪ੍ਰੀਤਮ ਦੇ ਨਾਲ ਜੁੜ ਜਾਂਦਾ, ਸਾਰਾ ਸੰਸਾਰ, ਸਾਰੀ ਕੁਦਰਤ, ਸਾਰੀ ਸਤਿਗੁਰ ਦੀ ਸ਼ਕਤੀ ਇਹਦੇ ਮਿੱਤਰ ਬਣ ਜਾਂਦੇ ਹਨ। ਹਰ ਸਿਉ ਜੁਰੈ ਤਾਂ ਨਿਹਚਲ ਚੇਤ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਸਾਡਾ ਮਨ ਜੁੜ ਜਾਂਦਾ, ਉਸ ਵੇਲੇ ਸਾਡਾ ਇਸ ਜਗ੍ਹਾ ਦੇ ਉੱਤੇ, ਇੱਕ ਜਗ੍ਹਾ ਦੇ ਉੱਤੇ ਟਿਕਾ ਹੋ ਜਾਂਦਾ। ਫਿਰ ਸਾਡੀ ਜਿਹੜੀ ਦੌੜ ਭੱਜ ਹੈ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਖਤਮ ਹੋ ਜਾਂਦੀ ਹੈ। ਹਰ ਸਿਉ ਜੁਰੇ ਨ ਵਿਆਪੈ ਕਾੜਾ, ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ। ਪ੍ਰੀਤਮ ਵਾਹਿਗੁਰੂ ਨਿਰੰਕਾਰ ਦੇ ਨਾਲ ਮਨ ਜੁੜਿਆ ਕਰਕੇ ਕਿਸੇ ਤਰ੍ਹਾਂ ਦਾ ਵੀ ਇਸ ਨੂੰ ਕਾੜਾ, ਕਾੜਾ ਕਹਿੰਦੇ ਨੇ ਝੋਰੇ ਨੂੰ। ਝੋਰਾ ਹੁੰਦਾ ਜਦੋਂ ਕਿ ਅਸੀਂ ਕਿਸੇ ਉਦਾਸੀ ਦੇ ਵਿੱਚ ਚਲੇ ਜਾਂਦੇ, ਕਿਸੇ ਚੀਜ਼ ਦੀ ਪ੍ਰਾਪਤੀ ਕਰਨ ਵਾਸਤੇ ਪ੍ਰਾਪਤੀ ਹੁੰਦੀ ਨਹੀਂ, ਤੇ ਅਸੀਂ ਨਿੰਬੂ ਝੂਰੇ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ। ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਸ ਜੀਵ ਨੂੰ ਬਿਲਕੁਲ ਝੋਰਾ ਨਹੀਂ ਵਿਆਪਦਾ, ਉਸ ਨੂੰ ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਪ੍ਰਾਪਤ ਹੁੰਦੀ, ਮਿਲਦੀ, ਜਿਹੜਾ ਪ੍ਰੀਤਮ ਨਾਲ ਜੁੜਿਆ ਹੋਵੇ। ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ। ਜਿਹੜਾ ਜੀਵ ਸਤਿਗੁਰ ਦੇ ਹੁਕਮ ਨੂੰ ਮੰਨ ਕੇ ਨਿਰੰਕਾਰ ਵਾਹਿਗੁਰੂ ਦੇ ਨਾਲ ਜੁੜ ਗਿਆ ਭਾਈ, ਉਸ ਦਾ ਇਹਦੂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਰੇ ਮਨ ਮੇਰੇ ਤੂੰ ਹਰ ਸਿਉ ਜੋਰ, ਕਾਜ ਤੁਹਾਰੇ ਨਾਹੀ ਹੋਰ। ਇਹ ਮੇਰੇ ਮਨਾ ਤੂੰ ਆਪਣੀ ਪ੍ਰੀਤੀ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਪਾ। ਇੱਕ ਟਿਕਾ ਦੇ ਵਿੱਚ ਆਣ ਕੇ ਆਪਣੀ ਦੌੜ ਭੱਜ ਖਤਮ ਕਰਕੇ ਆਪਣੇ ਅਸਲੀ ਘਰ ਦੇ ਵਿੱਚ ਆਣ ਕੇ ਬਸ ਜਾ। ਤੇਰਾ ਹੋਰ ਕੋਈ ਕੰਮ ਨਹੀਂ ਆ, ਸਿਮਰਨ ਤੋਂ ਬਗੈਰ ਸੰਸਾਰ ਦੇ ਉੱਤੇ ਮਨਾ ਤੇਰਾ ਹੋਰ ਕੋਈ ਕੰਮ ਨਹੀਂ ਹੈ। ਰਹਾਓ
ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਹੀਂ ਗਾਵਾਰ। ਜਿੱਥੇ ਸਤਿਗੁਰ ਕਹਿੰਦੇ ਨੇ ਮਨਾ ਸਿਮਰਨ ਤੋਂ ਬਗੈਰ ਹੋਰ ਜਿਹੜੇ ਤੂੰ ਕੰਮ ਕਰ ਵੀ ਰਿਹਾ ਉਹ ਵੀ ਕੋਈ ਅਰਥ ਨਹੀਂ। ਕਾਰਨ ਨਿਰੰਕਾਰ ਜੀ ਕਹਿੰਦੇ ਨੇ ਵੱਡੇ ਵੱਡੇ ਜੋ ਦੁਨੀਆਦਾਰ, ਜਿਹੜੇ ਵੱਡੇ ਵੱਡੇ ਧਨਾਢ ਮਾਇਆਧਾਰੀ ਪੁਰਸ਼ ਹੋਏ ਨੇ, ਕਾਹੂ ਕਾਜ ਨਹੀਂ ਗਵਾਰ, ਉਹ ਮੂਰਖ ਇਹਦੂ ਸੰਸਾਰ ਦੇ ਉੱਤੇ ਕਿਤੇ ਵੀ ਕੰਮ ਨਹੀਂ ਆਉਂਦੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹ ਪ੍ਰਵਾਨ ਨਹੀਂ ਹੁੰਦੇ। ਹਰ ਕਾ ਦਾਸ ਨੀਚ ਕੁਲ ਸੁਣ ਹੈ, ਤਿਸ ਕੈ ਸੰਗ ਖਿਨ ਮੈਂ ਉਦਰੈ। ਜਿਹੜਾ ਪ੍ਰੀਤਮ ਵਾਹਿਗੁਰੂ ਦਾ ਦਾਸ ਹੈ ਨਾ ਭਾਈ, ਉਹ ਨੀਵੀਂ ਕੁਲ ਦੇ ਵਿੱਚ, ਨੀਚ ਕੁਲ ਵਿੱਚ ਵੀ ਹਰੀ ਦਾ ਦਾਸ ਬਣਦਾ ਹੈ। ਹਰੀ ਦੇ ਦਾਸ ਕਿਸੇ ਵੀ ਕੁਲ ਦੇ ਵਿੱਚ ਬਣ ਸਕਦੇ ਨੇ, ਕਿਉਂਕਿ ਨਿਰੰਕਾਰ ਸੱਚੇ ਪਾਤਸ਼ਾਹ ਨੇ ਬੇਅੰਤ ਵਾਰ ਇਹਦੇ ਵਿੱਚ ਆਉਣਾ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੋ ਨਾਮ ਤਰਨਾਰਥ। ਸੋ ਇੱਥੇ ਇਹ ਚਾਰੇ ਜਿਹੜੇ ਵਰਣਨ ਨੇ ਸਤਿਗੁਰਾਂ ਨੇ ਇਹਦੇ ਵਿੱਚ ਕਿਸੇ ਨੂੰ ਉੱਚਾ ਨਹੀਂ ਰੱਖਿਆ ਤੇ ਕਿਸੇ ਨੂੰ ਨੀਵਾਂ ਨਹੀਂ ਰੱਖਿਆ। ਪਰ ਜਿਹੜੀ ਮੰਨੂ ਦੀ ਸਿਮਰਤੀ ਸੀ ਇਹਦੇ ਵਿੱਚ ਜਿਹੜੇ ਚਾਰ ਵਰਣਨ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਨੀਚ ਕੁਲ ਵਾਲੇ ਜਿਹੜੇ ਸਨ, ਜਿਨ੍ਹਾਂ ਨੂੰ ਅਸੀਂ ਸ਼ੂਦਰ ਕਹਿ ਦਿੰਦੇ ਸੀ, ਉਹ ਜਿਹੜੇ ਸਨ ਉਹ ਕਦੀ ਮੰਦਿਰਾਂ ਦੇ ਵਿੱਚ ਜਾ ਕੇ ਭਾਈ ਨਹੀਂ ਭਜਨ ਬੰਦਗੀ ਕਰ ਸਕਦੇ ਹੁੰਦੇ ਸਨ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਉਹਨਾਂ ਨੂੰ ਇਦੂ ਚੀਜ਼ ਦਾ ਸਭ ਤੋਂ ਮੋਹਰੇ ਰੱਖ ਕੇ ਆਗਿਆ ਦਿੱਤੀ। ਜਦੋਂ ਤੁਸੀਂ 15 ਭਗਤਾਂ ਦੀ ਬਾਣੀ ਆਏਗੀ, ਉੱਥੇ ਆਪਾਂ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇਹ ਚੀਜ਼ ਦਾ ਸਾਂਝ ਪਾਵਾਂਗੇ। ਸੋ ਸਤਿਗੁਰ ਕਹਿੰਦੇ ਨੇ ਜੇ ਕੋਈ ਨੀਚ ਕੁਲ ਵੀ ਹਰੀ ਦਾ ਦਾਸ ਸੁਣ ਲਵੇ ਤਾਂ ਉਸ ਦੇ ਨਾਲ ਵੀ ਤੂੰ ਮਿਲਣਾ ਕਰ ਭਾਈ, ਉਹਦੇ ਨਾਲ ਵੀ ਆਪ ਜਾ ਕੇ ਮਿਲਾਪ ਕਰ, ਉਹਦੀ ਵੀ ਸੰਗਤ ਕਰ। ਕੋਟ ਮਜਨ ਜਾ ਕੈ ਸੁਣ ਨਾਮ, ਕੋਟ ਪੂਜਾ ਜਾ ਕੈ ਹੈ ਧਿਆਨ। ਜਦੋਂ ਤੂੰ ਇਸ ਤਰ੍ਹਾਂ ਦੇ ਹੋਏ ਮਹਾਤਮਾ ਜਿਹੜੇ ਨੇ, ਉਹਨਾਂ ਮਹਾਤਮਾ ਦੇ ਨਾਲ ਬਹਿ ਕੇ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਤੇ ਨਾਮ ਦਾ ਗਿਆਨ ਲਵੇਂਗਾ, ਕਹਿੰਦੇ ਤੇਰੇ ਸੁਣਨ ਦੇ ਨਾਲ ਹੀ, ਜਦੋਂ ਤੇਰੇ ਸੁਣਨ ਦੇ ਨਾਲ ਤੈਨੂੰ ਉਸ ਦਾ ਭਰੋਸਾ ਹੋ ਗਿਆ, ਜਦੋਂ ਜੋ ਮਹਾਤਮਾ ਜੀ ਕਹਿਣਗੇ ਉਹਨਾਂ ਦੇ ਉੱਤੇ ਤੇਰਾ ਵਿਸ਼ਵਾਸ ਵੱਜ ਗਿਆ, ਕਹਿੰਦੇ ਅਨੇਕਾਂ ਕਰੋੜਾਂ ਤੀਰਥਾਂ ਦੇ ਜਾਣ ਦਾ ਫਲ ਤੈਨੂੰ ਪ੍ਰਾਪਤ ਹੋ ਜਾਏਗਾ। ਤੈਨੂੰ ਤੀਰਥਾਂ ਦੇ ਜਾਣ ਦੀ ਜ਼ਰੂਰਤ ਨਹੀਂ ਪਏਗੀ। ਕੋਟ ਪੂਜਾ ਜਾ ਕੇ ਹੈ ਧਿਆਨ, ਔਰ ਕਰੋੜਾਂ ਹੀ ਪੂਜਾ ਦਾ ਫਲ ਉਸ ਜੀਵ ਨੂੰ ਪ੍ਰਾਪਤ ਹੁੰਦਾ ਜਿਹੜਾ ਪ੍ਰੀਤਮ ਵਾਹਿਗੁਰੂ ਦੇ ਨਾਲ ਇੱਕ ਧਿਆਨ ਹੋ ਕੇ ਉਸ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਹੁਣ ਸਿਆਣੇ ਕਹਿੰਦੇ ਹੁੰਦੇ ਸਨ ਕੋਈ ਪੁੰਨ ਦਾ ਕੰਮ ਕਰਦਾ, ਪੁੰਨ ਦਾ ਕਰਮ ਕੋਈ ਭਲਾ ਕੰਮ ਕਰਦਾ, ਸੇਵਾ ਪੁੰਨ ਦਾ ਕੰਮ ਹੈ, ਸਿਮਰਨ ਪੁੰਨ ਦਾ ਕੰਮ ਹੈ, ਗੁਰੂ ਘਰਾਂ ਦੇ ਵਿੱਚ ਸਫਾਈ ਆਪਾਂ ਕਰਦੇ ਹਾਂ ਪੁੰਨ ਦਾ ਕੰਮ ਹੈ। ਪੁੰਨ ਦਾ ਕੰਮ ਕਰਨ ਮਤਲਬ ਹੈ ਚੰਗੇ ਕਰਮ ਵਾਲਾ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਹੀ ਤੇਰੇ ਕਰਮ ਚੰਗੇ ਬਣ ਜਾਂਦੇ ਨੇ, ਤੈਨੂੰ ਪੁੰਨ ਦੇਣ ਵਾਲੇ ਤੱਤ ਬਣ ਜਾਂਦੇ ਹਨ ਜਦੋਂ ਤੂੰ ਪ੍ਰੀਤਮ ਵਾਹਿਗੁਰੂ ਦੀ ਬਾਣੀ ਦੇ ਨਾਲ ਹੀ ਜੁੜਿਆ। ਕੋਟ ਫਲਾ ਗੁਰ ਤੇ ਵਿਦ ਜਾਣੀ, ਤੇ ਕਰੋੜਾਂ ਹੀ ਨਿਰੰਕਾਰ ਸੱਚੇ ਪਾਤਸ਼ਾਹ ਦੀ ਜਾਂ ਉਹ ਉੱਚੀਆਂ ਸੁੱਚੀਆਂ ਵਿਧੀਆਂ ਜਿਹੜੀਆਂ ਤੈਨੂੰ ਉੱਚਾ ਤੇ ਸੁੱਚਾ ਫਲ ਦੇਣਗੀਆਂ, ਉਸ ਨਿਰੰਕਾਰ ਦੀ ਬੰਦਗੀ ਦੇ ਨਾਲ ਹੀ ਤੈਨੂੰ ਇਹ ਸਭ ਪ੍ਰਾਪਤ ਹੋ ਜਾਵਣਗੀਆਂ। ਮਨ ਆਪਣੇ ਮੈਂ ਫਿਰ ਚੇਤ, ਬਿਨ ਸਜਾਹੇ ਮਾਇਆ ਕੇ ਹੇਤ। ਸੋ ਹੈ ਭਲੇ ਪੁਰਸ਼ਾ ਤੂੰ ਬਾਰ-ਬਾਰ ਆਪਣੇ ਮਨ ਨੂੰ ਸਮਝਾ ਇਦੂ ਚੀਜ਼ ਦੇ ਉੱਤੇ, ਮਨ ਨੂੰ, ਇਸ ਮਨ ਕੋ ਖੋਜੋ ਭਾਈ, ਇਸ ਨੂੰ ਖੋਜੋ, ਇਸ ਨਾਲ ਗੱਲਾਂ ਕਰੋ, ਇਹਨੂੰ ਸਮਝਾਓ। ਨਿਰੰਕਾਰ ਜੀ ਕਹਿੰਦੇ ਫਿਰ ਇਹਨੂੰ ਚੇਤਨਾ, ਇਹਨੂੰ ਚੇਤਾ ਕਰਵਾ ਭਈ ਦੇਖ ਭਟਕਣਾ ਦੇ ਵਿੱਚੋਂ ਨਿਕਲ ਕੇ ਤੂੰ ਟਿਕਾ ਦੇ ਵਿੱਚ ਆ ਜਾ, ਇੱਕ ਘਰ ਦੇ ਵਿੱਚ ਆ ਜਾ ਜਿਹੜਾ ਤੇਰਾ ਅਸਲੀ ਘਰ ਹੈ। ਕਾਰਨ ਕਹਿੰਦੇ ਮਹਾਰਾਜ ਇਸ ਕਰਕੇ ਬਿਨਸ ਜਾਏ ਮਾਇਆ ਕੇ ਹੇਤ, ਜਿਹੜੇ ਮਾਇਆ ਦੇ ਨਾਲ ਪਿਆਰ ਕਰਨ ਵਾਲੇ ਮਨ ਨੇ ਭਾਈ ਉਹ ਬਿਨਸ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਜਾਂ ਇੱਥੇ ਜੇ ਕਹਿ ਦਈਏ ਵੀ ਜਦੋਂ ਅਸੀਂ ਮਨ ਦੀ ਗੱਲ ਕਰਦੇ ਹਾਂ, ਨਿਰੰਕਾਰ ਸੰਸਾਰ ਨੂੰ ਕਹਿੰਦੇ ਵੀ ਹੇ ਪੁਰਸ਼ਾ ਤੂੰ ਆ ਜਾ ਪ੍ਰੀਤਮ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜ ਜਾ, ਬਾਰ-ਬਾਰ ਚੇਤੇ ਕਰ ਉਸ ਪ੍ਰੀਤਮ ਨੂੰ,
ਕਾਰਨ ਕਿ ਜਿਹੜੇ ਮਾਇਆ ਦੇ ਪਿਆਰ ਦੇ ਵਾਲੇ ਮਨੁੱਖ ਰਹਿੰਦੇ ਨੇ ਸਾਰੇ ਉਹ ਨਰਕਾਂ ਵਿੱਚ ਨਾਸ ਹੋ ਜਾਂਦੇ ਹਨ। ਹਰ ਅਬਿਨਾਸੀ ਤੁਮਰਾ ਸੰਗ, ਮਨ ਮੇਰੇ ਰਚ ਰਾਮ ਕਾ ਰੰਗ। ਉਹ ਅਬਿਨਾਸੀ ਸਦਾ ਸਥਿਰ ਰਹਿਣ ਵਾਲਾ, ਜਿਹਦਾ ਕਦੀ ਨਾਸ਼ ਨਹੀਂ ਹੁੰਦਾ, ਉਹ ਪ੍ਰੀਤਮ ਜਿਹੜਾ ਹੈ ਉਹ ਸਦਾ ਹੀ ਤੇਰੇ ਅੰਗ ਸੰਗ ਸਹਾਈ ਹੈ। ਹੇ ਮੇਰੇ ਮਨ ਮੇਰੇ ਰਚ ਰਾਮ ਕੇ ਰੰਗ, ਉਹ ਸਭ ਦੇ ਵਿੱਚ ਰਮੇ ਹੋਏ ਰਾਮ ਦੇ ਰੰਗ ਵਿੱਚ ਮੇਰੇ ਮਨਾ ਆਪਣੇ ਆਪ ਨੂੰ ਰੰਗ ਲਾ, ਉਸ ਨਾਮ ਦੇ ਨਾਲ ਜੁੜ ਜਾ ਕੇ ਕਾਮ ਉਤਰੈ ਸਭ ਭੂਖ, ਜਾ ਕੇ ਕਾਮ ਨ ਜੋ ਹੈ ਦੂਤ। ਪ੍ਰਭੂ ਵਾਹਿਗੁਰੂ ਕੋਲੋਂ ਜੋ ਸਾਨੂੰ ਕਾਮ ਕਾਰਜ ਕਰਨ ਨੂੰ ਸਤਿਗੁਰੂ ਜੀ ਜੋ ਸਾਨੂੰ ਹੁਕਮ ਕਰਦੇ ਨੇ, ਗਿਆਨ ਦਿੰਦੇ ਨੇ, ਉਹ ਹੈ ਸਭ ਤੋਂ ਪਹਿਲਾਂ ਸਾਰਾ ਵੱਡਾ ਕੰਮ ਕੀ ਹੈ ਜੋ ਸੰਸਾਰ ਤੇ ਜੀਵ ਦਾ ਹੈ, ਉਹ ਹੈ ਭਾਈ ਸਿਮਰਨ ਬੰਦਗੀ। ਕਹਿੰਦੇ ਪ੍ਰਭੂ ਦੇ ਭਜਨ ਸਿਮਰਨ ਦੇ ਜਿਹੜੇ ਕੰਮ ਨੇ, ਜਦੋਂ ਤੂੰ ਇਹਨਾਂ ਕੰਮਾਂ ਦੇ ਨਾਲ ਜੁੜ ਗਿਆ ਜਾਂ ਇਸ ਦੇ ਨਾਲ ਜੁੜ ਗਿਆ, ਤੇਰੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਪਦਾਰਥਾਂ ਦੀਆਂ ਉਹ ਨਿਰੰਕਾਰ ਜੀ ਲਾ ਦੇਣਗੇ। ਜਾਂ ਕਹਿ ਕਾਮ ਨਾ ਜੋ ਹੈ ਦੂਤ, ਨਿਰੰਕਾਰ ਦੇ ਭਜਨ ਬੰਦਗੀ ਸਿਮਰਨ ਕਰਨ ਦੇ ਨਾਲ ਜਮਦੂਤ ਜਿਹੜੇ ਨੇ ਉਹ ਵੀ ਤੇਰੇ ਵੱਲ ਕਦੀ ਨਹੀਂ ਦੇਖਣਗੇ। ਜਾ ਕੇ ਕਾਮ ਤੇਰਾ ਬੜ ਗਮਰ, ਜਾ ਕੇ ਕਾਮ ਹੋਵੇ ਤੂੰ ਅਮਰ। ਪਰਮਾਤਮਾ ਨਿਰੰਕਾਰ ਦੇ ਕੀਤੇ ਹੋਏ ਇਹ ਬੰਦਗੀ ਵਾਲੇ ਕੰਮ ਦੇ ਨਾਲ ਤੈਨੂੰ ਵੱਡੇ ਕਰਮ ਪ੍ਰਾਪਤ ਹੋਣਗੇ। ਗੁਮਰ ਕਹਿੰਦੇ ਨੇ ਪ੍ਰਾਪਤ ਹੋਵੇਗਾ ਤੈਨੂੰ। ਤੇਰੇ ਅੱਛੇ ਜਿਹੜੇ ਕੰਮ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ, ਕਰਮ ਤੇਰੇ ਕੀਤੇ ਹੋਏ ਜਿਹੜੇ ਇੱਥੇ ਕਾਰਜ ਨੇ ਉਹ ਪ੍ਰਮਾਤਮਾ ਨੂੰ ਅੱਛੇ ਲੱਗਦੇ ਨੇ। ਉਹ ਜਦੋਂ ਤੂੰ ਸਤਿਗੁਰ ਸੱਚੇ ਪਾਤਸ਼ਾਹ ਦੇ ਬੰਦਗੀ ਦੇ ਵਿੱਚ ਜੁੜ ਜਾਵੇਂਗਾ, ਉਹ ਬੜੇ ਉਸ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੋ ਜਾਣਗੇ। ਜਾ ਕੇ ਕਾਮ ਹੋਵੇ ਤੂੰ ਅਮਰ, ਜਿਹਦੇ ਕੰਮ ਦੇ ਵਿੱਚ, ਜਿਹਦੀ ਬੰਦਗੀ ਕਰਨ ਦੇ ਵਿੱਚ ਸੰਸਾਰ ਦੇ ਉੱਤੇ ਤੂੰ ਅਮਰ ਹੋ ਜਾਵੇਂਗਾ। ਵਾਹਿਗੁਰੂ ਨਿਰੰਕਾਰ ਮੈਂ ਮੇਰੀ ਜਦੋਂ ਤੂੰ ਖਤਮ ਕਰ ਲਈ, ਜਨਮ ਬਣ ਗਿਆ, ਨਿਰੰਕਾਰ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਤੈਨੂੰ ਸੋਭਾ ਬਖਸ਼ਿਸ਼ ਕਰਨਗੇ। ਜਾ ਕੇ ਚਾਕਰ ਕੋ ਨਹੀਂ ਡਾਨ, ਜਾ ਕੇ ਚਾਕਰ ਕੋ ਨਹੀਂ ਬਾਨ। ਦੇਖੋ ਭਾਈ ਜਿਹੜੇ ਗੁਰੂ ਦੇ ਚਾਕਰ ਹੁੰਦੇ ਨੇ, ਚਾਕਰ ਵੈਸੇ ਕਹਿੰਦੇ ਨੇ ਨੌਕਰ ਨੂੰ ਵੀ, ਦਾਸ ਨੂੰ ਵੀ, ਤੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਉਹ ਚਾਕਰ ਹੀ ਹੁੰਦੇ ਹਨ। ਕਹਿੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡੰਨ ਨਹੀਂ ਭਰਨਾ ਪੈਂਦਾ, ਕਿਸੇ ਤਰ੍ਹਾਂ ਦਾ ਕੋਈ ਡੰਨ ਨਹੀਂ ਉਹਨਾਂ ਨੂੰ ਭਰਨਾ ਪੈਂਦਾ। ਭਾਈ ਜਾ ਕੇ ਚਾਕਰ ਕੋ ਨਾਹੀ ਬਾਨ, ਜਿਹੜਾ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਚਾਕਰ ਹੈ ਉਸ ਨੂੰ ਖੋਟੀ ਮੱਤ ਦੀ ਕੋਈ ਵੀ ਆਦਤ ਨਹੀਂ। ਵੱਖਰੇ ਵੱਖਰੇ ਸਵਾਦਾਂ ਦੇ ਨਾਲ ਜੁੜਨਾ, ਜਿਹੜਾ ਨਿਰੰਕਾਰ ਦਾ ਚਾਕਰ ਭਾਈ ਉਹਨੂੰ ਇਹ ਚੀਜ਼ਾਂ ਦੀ ਲਾਲਸਾ ਨਹੀਂ ਹੈ, ਉਹਦੇ ਮਨ ਦੇ ਵਿੱਚ ਨਹੀਂ ਹੈ। ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਘੁੰਮਣਾ ਉਹ ਵੀ ਉਹਨੂੰ ਲਾਲਸਾ ਨਹੀਂ। ਉਹ ਤਾਂ ਜਿੰਨਾ ਵੀ ਸਮਾਂ ਉਹਨੂੰ ਬਖਸ਼ਿਸ਼ ਹੁੰਦਾ ਹੈ, ਉਹ ਸਮਾਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਹਰ ਵੇਲੇ ਆਪਣੇ ਗੁਨਾਹ ਬਖਸ਼ਾਉਂਦਾ। ਕਹਿੰਦਾ ਕਿ ਵਾਹਿਗੁਰੂ ਬਖਸ਼ ਲਓ, ਵਾਹਿਗੁਰੂ ਬਖਸ਼ ਲਓ, ਵਾਹਿਗੁਰੂ ਬਖਸ਼ ਲਓ। ਜਿਸ ਲਈ ਇਹ ਇਦਾਂ ਪ੍ਰੇਤਮ ਨੂੰ ਕਹਿੰਦਾ, ਕਿਉਂਕਿ ਉਹ ਜਿਹੜਾ ਹਰੀ ਦਾ ਦਾਸ ਹੈ, ਪ੍ਰੀਤਮ ਦਾ ਨਿਰੰਕਾਰ ਸੱਚੇ ਪਾਤਸ਼ਾਹ ਦਾ ਪਿਆਰਾ ਹੈ, ਉਸ ਨੂੰ ਪਤਾ ਹੁੰਦਾ ਮੈਂ ਕੋਈ ਮਾੜੇ ਕਰਮਾਂ ਕਰਕੇ ਹੀ ਉਹਦੀ ਦਰਗਾਹ ਦੇ ਵਿੱਚੋਂ ਧੱਕਿਆ ਹੋਇਆ ਇਸ ਸੰਸਾਰ ਦੇ ਉੱਤੇ ਆਇਆ ਹਾਂ। ਅਗਰ ਮੈਂ ਉਹ ਸਾਰੇ ਘਰ ਨੂੰ ਫੂਕ ਲਵਾਂ, ਮੇਰਾ ਆਉਣਾ ਜਾਣਾ ਸੰਸਾਰ ਤੇ ਖਤਮ ਹੋ ਜਾਵੇਗਾ। ਸੋ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਸ ਨੂੰ ਖੋਟੀ ਮੱਤ ਦਾ ਕਿਸੇ ਤਰ੍ਹਾਂ ਦੀ ਕੋਈ ਆਦਤ ਨਹੀਂ ਹੁੰਦੀ। ਜਾ ਕੇ ਦਫ਼ਤਰ ਪੁੱਛੇ ਨਾ ਲੇਖਾ, ਤਾਂ ਕੀ ਚਾਕਰੀ ਕਰਹੋਂ ਵਿਸੇਖਾ। ਪ੍ਰਭੂ ਦੇ ਦਰਬਾਰ ਦੇ ਵਿੱਚ, ਧਰਮ ਰਾਜ ਦੇ ਵਿੱਚ ਜਿਹੜੇ ਨਿਰੰਕਾਰ ਦੀ ਬੰਦਗੀ ਦੇ ਵਿੱਚ ਰੰਗੇ ਗਏ ਭਾਈ, ਉਹਨਾਂ ਦਾ ਲੇਖਾ ਜੋਖਾ ਨਹੀਂ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲੇਖੇ ਵਾਲੇ ਕਾਗਜ਼ ਪਾੜ ਦਿੰਦੇ ਹਨ, ਤਾਂ ਕਿ ਚਾਕਰੀ ਕਰੋ ਵਿਸੇਖਾ। ਕਹਿੰਦੇ ਇਸ ਕਾਰਨ ਕਰਕੇ ਨਰਕ ਵਿਸੇਖਾ ਕਹਿੰਦੇ ਨੇ ਵਿਸ਼ੇਸ਼ ਤੌਰ ਤੇ। ਇਹ ਭਾਈ ਪਹਿਲਾ ਕੰਮ ਬਣਾ, ਪਹਿਲਾ ਨਿਯਮ ਬਣਾ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜ ਕੇ ਸਤਿਗੁਰ ਮੋਰੇ ਅਰਦਾਸਾਂ ਬੇਨਤੀਆਂ ਕਰਨ ਦੀ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੇ ਗੁਨਾਹਾਂ ਨੂੰ ਰੱਖ ਕੇ ਉਹਨਾਂ ਦੇ ਉੱਤੇ ਪਰਦਾ ਪਵਾ ਲਿਆ। ਸਤਿਗੁਰ ਦੇ ਕੋਲੋਂ ਗਿਆਨ ਲੈ ਕੇ ਸ਼ੁਭ ਗੁਣਾਂ ਦਾ ਧਾਰਨੀ ਬਣਨ ਵਾਲਾ ਇਹ ਜਿਹੜਾ ਪਹਿਲਾ ਕੰਮ ਹੈ ਤੇਰਾ, ਵਿਸ਼ੇਸ਼ ਤੌਰ ਤੇ ਇਹ ਸਤਿਗੁਰ ਦੀ ਚਾਕਰੀ ਕਰ। ਜਾ ਕੇ ਊਨ ਨਾਹੀ ਕਹੂੰ ਬਾਤ,
ਇਕੈ ਆਪ ਅਨੇਕੈ ਪਾਤ। ਉਹਦੇ ਘਰ ਦੇ ਵਿੱਚ, ਪ੍ਰਭੂ ਨਿਰੰਕਾਰ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ, ਕਿਸੇ ਵੀ ਚੀਜ਼ ਦੀ ਥੁੜ ਨਹੀਂ ਹੈ। ਤੇ ਉਹ ਇੱਕ ਆਪ, ਇੱਕੋ ਉਹ ਆਪ ਹੈ ਅਕਾਲ ਪੁਰਖ, ਪਰ ਉਹਦੇ ਰੂਪ ਬੜੇ ਵੱਖਰੇ ਵੱਖਰੇ ਨੇ। ਅਨੇਕੈ ਪਾਤ, ਬੜੇ ਵੱਖਰੇ ਵੱਖਰੇ ਰੂਪ ਉਸ ਨੇ ਬਣਾਏ ਹੋਏ ਨੇ। ਸੋ ਇੱਥੇ ਸਤਿਗੁਰੂ ਜੀ ਸਾਨੂੰ ਇੱਕ ਗੁੱਜੀ ਰਾਮਝੇ ਦੱਸਦੇ ਨੇ ਵੀ ਜਿਹੜੇ ਉਹਦੇ ਵੱਖਰੇ ਵੱਖਰੇ ਰੂਪ ਹੈ, ਇਸ ਕਾਰਨ ਕਰਕੇ ਤੂੰ ਕਿਸੇ ਦੇ ਨਾਲ ਵੈਰ ਵਿਰੋਧ ਈਰਖਾ ਨਾ ਰੱਖ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰ। ਤੈਨੂੰ ਕੀ ਪਤਾ ਉਹਦੇ ਮਨ ਦੇ ਵਿੱਚ, ਉਹਦੇ ਦਿਲ ਦੇ ਵਿੱਚ ਪਰਮਾਤਮਾ ਬਸ ਰਿਹਾ ਹੈ। ਤਾਂ ਹੀ ਕਹਿੰਦੇ ਨੇ ਢਾਹ ਦੇ ਮੰਦਰ, ਢਾਹ ਦੇ ਮਸਜਿਦ, ਢਾਹ ਦੇ ਮੰਦਰ, ਢਾਹ ਦੇ ਜੋ ਕੁਛ ਦਿੰਦਾ, ਪਰ ਕਿਸੇ ਦਾ ਦਿਲ ਨਾ ਤੋੜੀ, ਰੱਬ ਦਿਲਾਂ ਵਿੱਚ ਰਹਿੰਦਾ। ਜਾਂ ਕੀ ਦ੍ਰਿਸ਼ਟ, ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਮਨ ਮੇਰੇ ਕਰਤਾ ਕੀ ਕਾਲ। ਉਹਦੀ ਕਿਰਪਾ ਦੇ ਨਾਲ, ਉਹਦੀ ਦ੍ਰਿਸ਼ਟੀ ਨਾਲ, ਉਹਦੀ ਪ੍ਰੇਮ ਦੀ ਨਿਗਾਹ ਦੇ ਨਾਲ ਜੀਵ ਸਦਾ ਹੀ ਇਸ ਸੰਸਾਰ ਦੇ ਉੱਤੇ ਨਿਹਾਲ ਰਹਿੰਦਾ, ਦੁੱਖਾਂ ਤੋਂ ਰਹਿਤ ਰਹਿੰਦਾ ਹੈ। ਸੋ ਮਨ ਮੇਰੇ ਕਰਤਾ ਕੀ ਕਾਲ ਹੈ, ਮੇਰੇ ਮਨਾ, ਇਸ ਕਾਰਨ ਕਰਕੇ ਉਹ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨੌਕਰੀ ਕਰ, ਸੇਵਾ ਕਰ। ਨਾ ਕੋ ਚਤਰ ਨਾਹੀ ਕੋ ਮੂੜਾ, ਨਾ ਕੋ ਹੀਣ ਨਾਹੀ ਕੋ ਸੂਰਾ। ਕੋਈ ਸੰਸਾਰ ਤੇ ਆਪਣੇ ਆਪ ਦੇ ਵਿੱਚ ਚਤੁਰਾਈ ਕਰ ਕਰਕੇ ਚਤਰ ਨਹੀਂ ਬਣ ਸਕਦਾ ਭਾਈ, ਤੇ ਨਾ ਹੀ ਕੋਈ ਇਸ ਸੰਸਾਰ ਦੇ ਉੱਤੇ ਮੂਰਖ ਬਣ ਸਕਦਾ ਹੈ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਸਾਰੀਆਂ ਖੇਡਾਂ ਹੀ ਹਨ। ਸੋ ਨਾ ਕੋ ਹੀਣ, ਹੀਣ ਕਹਿੰਦੇ ਨੇ ਕਮਜ਼ੋਰ ਨੂੰ, ਇੱਥੇ ਕਮਜ਼ੋਰ ਵੀ ਕੋਈ ਨਹੀਂ, ਤੇ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਸੂਰਬੀਰ ਬਣ ਸਕਦਾ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਜਿੱਧਰ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਸੰਸਾਰ ਤੇ ਭੇਜ ਕੇ ਲਾਉਣਾ ਕੀਤਾ, ਉਧਰ ਉਸੇ ਪਾਸੇ ਆਪਾਂ ਲੱਗ ਗਏ ਹਾਂ। ਸੋ ਸੇਵਕ ਨਾਨਕ ਜਿਸ ਭਾਗਾ। ਪਰ ਗੁਰੂ ਜੀ ਕਹਿੰਦੇ ਨੇ ਜਿਹਦੇ ਮੱਥੇ ਦੇ ਚੰਗੇ ਭਾਗ ਉਜਾਗਰ ਹੋ ਜਾਂਦੇ ਨੇ, ਉਹ ਵੀ ਨਿਰੰਕਾਰ ਹਰੀ ਪ੍ਰਮਾਤਮਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਦਾਸ ਬਣ ਜਾਂਦਾ ਹੈ, ਸੇਵਕ ਬਣ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੈ ਸਾਖਤ ਨਾਮ ਵਿਸਾਰੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਭਜਨ ਬੰਦਗੀ ਦੇ ਨਾਲ ਜਾਂ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਪਹਿਚਾਣਦੇ, ਆਪਣੇ ਆਪ ਨੂੰ ਉਹਨਾਂ ਤੋਂ ਦੂਰ ਰੱਖਿਆ ਹੋਇਆ ਹੈ, ਉਹਨਾਂ ਦਾ ਵੀ ਸਤਿਗੁਰ ਜੀ ਹੁਣ ਕਰੜੇ ਰੂਪ ਦੇ ਵਿੱਚ ਆਪਾਂ ਨੂੰ ਇਹ ਗਿਆਨ ਦੇਣਗੇ। ਮੈਂ ਬੇਨਤੀ ਕੀਤੀ ਸੀ ਨਾ, ਜਿੰਨਾ ਸਤਿਗੁਰ ਜੀ ਪਿਆਰ ਕਰਦੇ ਨਾ, ਉਹਨਾਂ ਹੋਰ ਦੁਨੀਆ ਦੇ ਉੱਤੇ ਸਾਡੇ ਨਾਲ ਕਰ ਵੀ ਕੋਈ ਨਹੀਂ ਸਕਦਾ। ਪਰ ਕਿਤੇ ਜਿਸ ਵੇਲੇ ਅਸੀਂ ਆਖੇ ਹੀ ਨਹੀਂ ਲੱਗਦੇ ਪ੍ਰੀਤਮ ਦੇ, ਫਿਰ ਉਹ ਕਿਸੇ ਹੋਰ ਰੂਪ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਮਾੜਾ ਜਿਹਾ ਚੋਭ ਲਾ ਕੇ, ਮਾੜਾ ਜਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸੇ ਏਦਾਂ ਕਰਦੇ ਨੇ ਕਿ ਇਹਨੂੰ ਹੋਰ ਥੋੜਾ ਜਿਹਾ ਸੁਚੇਤ ਕਰਨ ਵਾਸਤੇ ਪ੍ਰੇਮ ਦੇ ਨਾਲ ਥੱਪੜ ਵੀ ਕਿਤੇ ਕਿਤੇ ਮਾਰ ਦਿੰਦੇ ਨੇ। ਤੇ ਇਹ ਉਹ ਥੱਪੜ ਵੱਜਣ ਲੱਗੇ ਨੇ ਹੁਣ ਜਿਹੜੇ ਜੀਵਾਂ ਦੇ, ਜਿਹੜੇ ਅਜੇ ਵੀ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਪਏ ਨੇ, ਨਿਰੰਕਾਰ ਦੇ ਰਾਸਤੇ ਤੋਂ ਜਾਂ ਨਿਰੰਕਾਰ ਨੂੰ ਭੁੱਲ ਕੇ ਬੈਠੇ ਨੇ। ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਕਹਿੰਦੇ ਜਿਹੜੇ ਸਿਮਰਨ ਤੋਂ ਬਗੈਰ ਸੰਸਾਰ ਦੇ ਉੱਤੇ ਜੀਵ ਨੇ, ਉਹ ਤਾਂ ਐਸੇ ਸੱਪ ਵਰਗੇ ਨੇ। ਸੱਪ ਦੀ ਇੱਕ ਜੂਨ ਦੇਖਣੀ ਆ, ਜਿਹੜੀ ਮਹਾਰਾਜ ਕਹਿੰਦੇ ਨੇ ਅਜਗਰ। ਅਜਗਰ ਸੱਪ ਜਿਹੜਾ, ਸੱਪਾਂ ਦੀਆਂ ਵੱਖਰੀਆਂ ਵੱਖਰੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਬਣਤਰਾਂ ਬਣਾਈਆਂ ਭਾਈ, ਜਿਹਦੇ ਬਾਰੇ ਆਪਾਂ ਨੂੰ ਬਹੁਤਾ ਗਿਆਨ ਨਹੀਂ। ਅਸੀਂ ਤਾਂ ਕਹਿ ਦਿੰਦੇ ਆ ਕੋਬਰਾ ਆ, ਪਾਣੀ ਵਾਲਾ, 2-4 ਸੱਪਾਂ ਦਾ ਸਾਨੂੰ ਪਤਾ, ਪਰ ਬੜੀਆਂ ਬੇਅੰਤ ਸੱਪ ਨੇ, ਸੱਪਾਂ ਦੀਆਂ ਜੂਨਾਂ ਬਣਾਈਆਂ। ਅਜਗਰ, ਇਹ ਜਿਹੜਾ ਅਜਗਰ ਸੱਪ ਹੁੰਦਾ, ਇਹ ਬੜਾ ਲੰਬਾ ਹੁੰਦਾ ਔਰ ਇਸ ਦੀ ਆਰਜੂ ਬੜੀ ਹੁੰਦੀ ਹੈ। ਜਿੱਦਾਂ ਜਿੱਦਾਂ ਦੀ ਉਮਰ ਵੱਧਦੀ ਜਾਂਦੀ ਨਾ, ਉਸੇ ਤਰ੍ਹਾਂ ਜਿਹੜੀ ਇਹਦੇ ਅੰਦਰ ਜ਼ਹਿਰ ਹੁੰਦੀ ਹੈ ਉਹ ਵੀ ਵੱਧਦੀ ਜਾਂਦੀ ਹੈ। ਉਹੀ ਜ਼ਹਿਰ ਫਿਰ ਇਹਦੂ ਸੱਪ ਨੂੰ ਇੰਨਾ ਤੰਗ ਕਰਦੀ, ਇੰਨਾ ਤੰਗ ਕਰਦੀ, ਇਹ ਵੀ ਰੋਜ਼ ਫਰਿਆਦਾਂ ਕਰਦਾ, ਮੈਨੂੰ ਮੌਤ ਦੇ ਦੇ, ਮੌਤ ਦੇ ਦੇ। ਪਰ ਮੌਤ ਆਉਂਦੀ ਨਹੀਂ, ਇਹਨੇ ਕਰਮ ਆਪਣੇ ਕਰਨੇ ਹੁੰਦੇ ਨੇ, ਇਹਨੇ ਆਪਣੇ ਲੇਖ ਜਿਹੜੇ ਨੇ ਉਹ ਫੂਕਣੇ ਹੁੰਦੇ ਨੇ। ਕਹਿੰਦੇ ਵੀ ਇਸ ਕਰਕੇ ਵੱਡੇ ਸੱਪ ਆਰ ਜਾਰੀ, ਉਹ ਅਜਗਰ ਸੱਪ ਵਾਂਗੂ ਉਹ ਜੀਵ ਹੈ ਜਿਹਦੇ ਅੰਦਰ ਮਾਇਆ ਦੀ ਜ਼ਹਿਰ ਹਰ ਵੇਲੇ ਉਹਨੂੰ ਤੜਫਾ ਰਹੀ ਹੈ। ਚਿੰਤਾ ਦੇ ਰੋਗ ਲਾਏ ਨੇ, ਹੋਰ ਵਿਕਾਰਾਂ ਦੇ ਰੋਗ ਲਾਏ ਹੋਏ ਨੇ, ਤੇ ਉਹ ਜੀਵ ਹੈ ਸਾਖਤ ਨਾਮ ਵਿਸਾਰੀ। ਇਸੇ ਤਰ੍ਹਾਂ ਸੰਸਾਰ ਦੇ ਉੱਤੇ ਜੀਵ ਹੈ ਭਾਈ, ਜਿਹਨੇ ਨਾਮ ਵਿਸਾਰਿਆ, ਉਹ ਸਮਝ ਲਓ ਅਜਗਰ ਸੱਪ ਵਾਂਗੂ ਆਪਣੀ ਖੁਦ ਦੀ ਜ਼ਹਿਰ ਦੇ ਵਿੱਚ ਆਪਣੇ ਉੱਤੇ ਉਹਦੇ ਉਹ ਜ਼ਹਿਰ ਅਸਰ ਕਰੀ ਜਾਂਦੀ ਤਾਂ ਮਰਦਾ ਜਾਂਦਾ ਹੈ ਜੀ ਜੀ ਕੇ। ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨਸ
ਲੱਖ ਸਦਾ ਥਿਰ ਥੀਆ। ਸਤਿਗੁਰ ਕਹਿੰਦੇ ਨੇ ਜਿਹਨਾਂ ਨੂੰ ਇਸ ਚੀਜ਼ ਦੀ ਸੋਝੀ ਆ ਗਈ ਤੇ ਮੈਂ ਤਾਂ ਆਪਣੀ ਜ਼ਹਿਰ ਦੇ ਵਿੱਚ ਹੀ ਮਰਦਾ ਜਾ ਰਿਹਾ ਹਾਂ, ਕਹਿੰਦੇ ਉਹ ਫਿਰ ਸੁਚੇਤ ਹੋ ਜਾਂਦੇ ਨੇ, ਮਾਇਆ ਦੇ ਬੰਧਨਾਂ ਦੇ ਵਿੱਚੋਂ ਹੌਲੀ ਹੌਲੀ ਨਿਕਲਣ ਦੇ ਰਾਸਤੇ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਇੱਕ ਨਿਮਖ, ਇੱਕ ਅੱਖ ਜਿੰਨਾ, ਇੱਕ ਅੱਖ ਪਟਕਣ ਜਿੰਨਾ, ਜਦੋਂ ਅੱਖ ਬੰਦ ਤੇ ਖੋਲਦੇ ਆ ਨਾ, ਇੰਨੇ ਦੇ ਵਿੱਚ ਜੇ ਕਿਤੇ ਮਨ ਸਿਮਰਨ ਦੇ ਵਿੱਚ ਜੁੜ ਜਾਵੇ, ਕੋਟ ਦਿਨ ਸਲਾਖ ਸਬਦੀ ਆ, ਕਹਿੰਦੇ ਕਰੋੜਾਂ ਦਿਨਾਂ ਦੀ ਤੇ ਕਰੋੜਾਂ ਰਾਤਾਂ ਦਾ ਉਸ ਨੂੰ ਫਲ ਨਿਰੰਕਾਰ ਜੀ ਇੱਕ ਅੱਖ ਝਮਕਣ ਜਨੇ ਸਮੇਂ ਦੇ ਵਿੱਚ ਸਿਮਰਨ ਚ ਬਖਸ਼ਿਸ਼ ਕਰ ਦਿੰਦੇ ਹਨ, ਜੇ ਕਿਤੇ ਮਨ ਜੁੜ ਜਾਵੇ। ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਬਿਸਟਾ ਮੈਂ ਵਾਸ। ਸਿਮਰਨ ਤੋਂ ਬਗੈਰ ਤਾਂ ਜੀਵ ਸੰਸਾਰ ਦੇ ਏਦਾਂ ਨੇ ਜਿਨ੍ਹਾਂ ਨੂੰ ਜੋ ਵੀ ਕੰਮ ਕਰਦੇ ਨੇ ਉਹ ਕਰਮ ਨਿਸਫਲ ਹੁੰਦੇ ਨੇ, ਵਿਅਰਥ ਹੁੰਦੇ ਨੇ। ਕਹਿੰਦੇ ਉਹ ਤ੍ਰਿਗ ਕਰਮ ਨੇ, ਜਿਹੜੇ ਕਰਮ ਉਹਨਾਂ ਦੇ ਮਾੜੇ ਨੇ, ਉਹ ਫਿਰ ਉਹਨਾਂ ਨੂੰ ਇਸ ਤਰ੍ਹਾਂ ਅਨੁਭਵ ਕਰਾਉਂਦੇ ਗੁਰੂ ਨਿਰੰਕਾਰ ਜੀ। ਕਹਿੰਦੇ ਜਿਹੜਾ ਕਾਗ ਬਤਨ ਬਿਸਟਾ ਮੈਂ ਵਾਸ, ਜਿੱਦਾਂ ਇੱਕ ਕਾਂ ਹੈ, ਕਾਂ ਦੀ ਇਹ ਵਿਰਤੀ ਬਣੀ ਹੁੰਦੀ ਹੈ, ਉਹਨੇ ਉੱਥੇ ਜਾ ਕੇ ਬਹਿਣਾ ਜਿੱਥੇ ਭਾਈ ਗੰਦ ਹੁੰਦਾ, ਗੰਦਗੀ ਦੇ ਵਿੱਚ ਚੁੱਝਾਂ ਮਾਰੀ ਜਾਂਦਾ। ਏਦਾਂ ਹੀ ਕਹਿੰਦੇ ਜੀਵ ਨੇ ਜਿਹੜੇ ਸਿਮਰਨ ਤੋਂ ਬਗੈਰ ਨੇ, ਤ੍ਰਿਗਿਆ ਉਹਨਾਂ ਦਾ ਜੀਵਨਾ ਇਹਦੂ ਸੰਸਾਰ ਦੇ ਉੱਤੇ। ਬਿਨ ਸਿਮਰਨ ਪਏ ਕੂਕਰ ਕਾਮ, ਸਾਖਤ ਬੇਸੁਆ ਪੂਤ ਨੇ ਨਾਮ। ਸਿਮਰਨ ਤੋਂ ਬਗੈਰ ਜੀਵ ਇਸ ਤਰ੍ਹਾਂ ਹੁੰਦੇ ਨੇ ਜਿੱਦਾਂ ਕਿ ਕੁੱਤੇ ਜਿਹੜੇ ਕਾਮ ਦੇ ਵਿੱਚ ਬਹੁਤ ਫਸੇ ਹੁੰਦੇ ਨੇ, ਜਿਹੜੇ ਕਾਮ ਦੇ ਵਿੱਚ ਬਹੁਤ ਕੁੱਤੇ ਫਸੇ ਨੇ, ਇਹਨਾਂ ਨੂੰ ਬੜੀ ਤਕੜੀ ਕਾਮ ਦੀ ਲਾਲਸਾ ਹੁੰਦੀ, ਨਿਰੰਕਾਰ ਜੀ ਕਹਿੰਦੇ ਨੇ। ਪਰ ਇਸ ਕਾਰਨ ਕਰਕੇ ਉਹ ਕਾਮੀ ਬਣ ਕੇ ਭੱਜੇ ਹੀ ਫਿਰਦੇ ਰਹਿੰਦੇ ਨੇ, ਇਹਨਾਂ ਨੂੰ ਟਿਕਾ ਕਿਤੇ ਨਹੀਂ ਆਉਂਦੇ। ਤਾਂ ਦੂਸਰਾ ਮਹਾਰਾਜ ਜੀ ਜੋ ਕਹਿੰਦੇ ਨੇ, ਸਾਕਤ ਬੇਸਵਾ ਪੂਤ ਨੇ ਨਾਮ। ਕਹਿੰਦੇ ਕੋਈ ਸਰੀਰ ਵੇਚਣ ਵਾਲੀ ਔਰਤ ਜਿਹੜੀ ਕਿ ਉਹਦੇ ਘਰ ਦੇ ਵਿੱਚ ਪੁੱਤਰ ਜੰਮ ਪਵੇ ਤਾਂ ਉਹਨੂੰ ਕੀ ਨਾਮ ਦੇਵੇਗੀ? ਆਮ ਆਪਾਂ ਜਿਹੜਾ ਨਾਮ ਵਰਤਦੇ ਆ ਉਹ ਬਹੁਤ ਭਿਆਨਕ ਨਾਮ ਉਸ ਵਾਸਤੇ। ਕਹਿੰਦੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਵੀ ਉਹਨਾਂ ਦੇ ਹੀ ਬਰੋਬਰ ਹਨ, ਜਿੱਦਾਂ ਕਿ ਇੱਕ ਸਰੀਰ ਵੇਚਣ ਵਾਲੀ ਔਰਤ ਦੇ ਘਰ ਪੁੱਤਰ ਜੰਮ ਪਵੇ, ਪਰ ਨਾਮ ਕਿਹੜਾ ਦੇਵੇ? ਜਿਹੜਾ ਕਿ ਨਾਮ ਲੋਕ ਫਿਰ ਦਿੰਦੇ ਨੇ ਉਹੀ ਨਾਮ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਸਿਮਰਨ ਦੇ ਵਿੱਚ ਨਹੀਂ ਜੁੜਦੇ। ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਬੋਲੇ ਕੂਰ ਸਾਕਤ ਮੁਖਕਾਰਾ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਬੜੀ ਖੇਡ ਇੱਕ ਕਰਦੇ ਨੇ। ਕਹਿੰਦੇ ਸਿਮਰਨ ਪ੍ਰਮਾਤਮਾ ਦੀ ਯਾਦ ਤੋਂ ਖੁੰਝ ਕੇ, ਬਿਨ ਸਿਮਰਨ ਜੈਸੇ ਸਿੰਘ ਛਤਾਰਾ। ਛਤਾਰਾ ਭਾਈ ਕਹਿੰਦੇ ਨੇ ਭੇਡੂ ਨੂੰ। ਤੁਸੀਂ ਦੇਖਿਆ ਮੇਲ ਸ਼ੀਪ ਜਿਹਨੂੰ ਕਹਿ ਦਿੰਦੇ ਆ ਭੇਡੂ। ਅੱਛਾ, ਭੇਡੂ ਦੇ ਸਿਰ ਦੇ ਉੱਤੇ ਸਿੰਘ ਹੁੰਦੇ ਆ, ਪਰ ਉਹ ਸਿੰਘ ਵਿਅਰਥ ਹੁੰਦੇ ਨੇ। ਕਹਿੰਦੇ ਵਿਅਰਥ ਹੁੰਦੇ ਨੇ, ਮੁਸ਼ਕ ਬੜੀ ਐਵੇਂ ਭਾਰ ਚੱਕੀ ਤੁਰਿਆ ਫਿਰਦਾ। ਕਹਿੰਦੇ ਇਸੇ ਤਰ੍ਹਾਂ ਉਹ ਸਿੰਘਾਂ ਦੇ ਕਾਰਨ ਕਰਕੇ ਭੇਡੂ ਬੜਾ ਦੁਖੀ ਹੁੰਦਾ। ਕਈ ਵਾਰ ਉਹ ਦਰਖਤ ਦੇ ਵਿੱਚ ਅੜ ਜਾਂਦਾ, ਨਿਕਲਦਾ ਹੀ ਨਹੀਂ ਸਿੰਘ, ਉੱਥੋਂ ਬੜਾ ਦੁਖੀ ਹੁੰਦਾ। ਏਦਾਂ ਹੀ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜਾ ਜੀਵ ਹੈ ਇਹ ਵੀ ਭੇਡੂ ਵਾਂਗੂ ਜਿਹੜੇ ਸਿਰ ਦੇ ਉੱਤੇ ਬੇਅਰਥ ਸਿੰਘ ਲੱਗੇ ਹੋਏ ਨੇ ਉਹਨੂੰ, ਜਿਹੜੇ ਉਹਨੂੰ ਬਹੁਤ ਦੁੱਖ ਦੇ ਜਾ ਰਹੇ ਨੇ, ਔਰ ਇਸ ਕਰਕੇ ਉਹ ਦੁੱਖ ਪਾਉਂਦਾ ਹੈ। ਤੇ ਜੀਵ ਵੀ ਇਸੇ ਤਰ੍ਹਾਂ ਇਹ ਮਾਇਆ ਦੇ ਸਿੰਘ, ਇਹਨੇ ਆਪਣੇ ਤੇ ਮਾਇਆ ਦੇ ਸਿੰਘ ਲਾਏ ਹੋਏ ਨੇ। ਇਹਨੇ ਉਹ ਸਿੰਘਾਂ ਦੇ ਰਾਹੀਂ ਇਹ ਅਨੇਕਾਂ ਜੰਜਾਲਾਂ ਦੇ ਵਿੱਚ ਫਸਿਆ ਹੋਇਆ ਹੈ। ਬੋਲੇ ਕੂਰ ਸਾਖਤ ਮੁਖਕਾਰਾ। ਕਹਿੰਦੇ ਵੀ ਕੀ ਕਹਿੰਦੇ ਸਿੰਘ ਬੜੇ ਦੁਖਦਾਈ ਹੁੰਦੇ ਕਰਕੇ ਨੇ। ਇਹ ਵੀ ਜਿਹੜੇ ਸਾਖਤ ਪੁਰਸ਼ ਹੁੰਦੇ ਨੇ ਨਾ, ਸਿਮਰਨ ਤੋਂ ਬਗੈਰ ਜਿਹੜੇ ਟੁੱਟੇ ਨੇ, ਉਹ ਭਾਈ ਹਰ ਵੇਲੇ ਝੂਠ ਹੀ ਬੋਲੀ ਜਾਣਗੇ, ਝੂਠ ਹੀ, ਕਦੀ ਉਹਨਾਂ ਦੇ ਮੂੰਹ ਤੋਂ ਸੱਚ ਨਹੀਂ ਨਿਕਲਦਾ। ਇੰਨੀ ਉਹਦਾਂ ਦੀ ਝੂਠ ਦੀ ਆਦਤ ਪੈ ਜਾਂਦੀ, ਕਿਤੇ ਜੇ ਭੁੱਲ ਭੁਲੇਖੇ ਸੱਚ ਨਿਕਲ ਜਾਵੇ, ਕੋਈ ਉਹ ਸੱਚ ਵੀ ਨਹੀਂ, ਕੋਈ ਨਹੀਂ ਮੰਨਦਾ। ਉਹ ਤੁਸੀਂ ਇਹ ਗੱਲ ਸੁਣੀ ਆ ਨਾ ਵੀ ਇੱਕ ਪਿੰਡ ਦੇ ਵਿੱਚ ਬੱਚਾ ਰਹਿੰਦਾ ਹੁੰਦਾ ਸੀ, ਉਸ ਨੇ ਰੌਲਾ ਪਾ ਦੇਣਾ ਰੋਜ਼ ਹੀ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਉਹ ਬਸ ਕਾਰਨ ਕਿ ਸਾਰਿਆਂ ਨੂੰ ਪਤਾ ਸੀ ਇਹ ਜਿਹੜਾ ਪ੍ਰਾਣੀਆਂ ਨੂੰ ਝੂਠ ਬੋਲਣ ਦੀ ਬੜੀ ਆਦਤ ਹੈ। ਉਹ ਜਦੋਂ ਸਾਰੇ ਪਿੰਡ ਨੇ ਬਾਹਰ ਨਿਕਲਣਾ ਤਾਂ ਉਹਨੇ ਹੱਸ ਪੈਣਾ, ਠੱਠਾ ਕਰਨਾ ਵੀ ਲੋਕ ਮੂਰਖ ਬਣਾਤੇ। ਮੈਂ 2 ਵਾਰੀ 3 ਵਾਰੀ ਕੀਤਾ ਸੀ, ਚੌਥੀ ਵਾਰੀ ਜਦੋਂ ਸੱਚੀ ਸ਼ੇਰ ਆ ਗਿਆ ਨਾ, ਕੋਈ ਬਾਹਰ ਹੀ ਨਹੀਂ ਨਿਕਲਿਆ। ਤੇ ਨੁਕਸਾਨ ਕਿਹਦਾ ਹੋਇਆ? ਇਹ ਬੱਚੇ ਦਾ, ਕਿਉਂਕਿ ਸ਼ੇਰ ਨੁਕਸਾਨ ਕਰ ਗਿਆ, ਬੱਚੇ ਨੂੰ ਮਾਰ ਗਿਆ, ਖਤਮ ਕਰ ਗਿਆ। ਏਦਾਂ ਹੀ ਕਹਿੰਦੇ ਸਾਖਤ ਨੇ, ਇਹ ਜਿਹੜੇ ਸਾਖਤ ਨੇ ਇਹਨਾਂ ਦਾ ਮੂੰਹ ਇਦੂ ਸੰਸਾਰ ਤੇ ਵੀ ਕਾਲਾ ਹੁੰਦਾ, ਕਿਉਂਕਿ ਕੋਈ ਵੀ ਉਹਨਾਂ ਨੂੰ ਲਾਗੇ ਨਹੀਂ ਆਉਂਦਾ। ਉਹਨਾਂ ਨੂੰ ਕਹਿੰਦੇ ਝੂਠਾ ਪੁਰਸ਼ ਆ।
ਭਾਈ ਇਸ ਦੀ ਚੁਗਲੀ ਮਾਰਦਾ ਹੈ, ਇਹ ਨਿੰਦਿਆ ਕਰਦਾ ਹੈ। ਬਿਨ ਸਿਮਰਨ ਘਰ ਦਬ ਕੀ ਨਿਆਈ, ਸਾਖਤ ਥਾਨ ਪਰਿਸ਼ਟ ਫਿਰਾਈ। ਵਾਹ ਵਾਹਿਗੁਰੂ ਜੀ। ਕਹਿੰਦੇ ਨੇ ਸਿਮਰਨ ਤੋਂ ਬਗੈਰ ਤਾਂ ਜੀਵ ਇਹਦਾ ਜਿਹਦਾ ਗਧਾ ਹੁੰਦਾ, ਗਰਦਬ ਗਧੇ ਨੂੰ ਕਹਿੰਦੇ ਨੇ। ਹੁਣ ਉਹ ਨਾਲ ਹੀ ਮਹਾਰਾਜ ਦੱਸਦੇ ਵੀ ਗਧਾ ਕਰਦਾ ਕੀ ਆਵੇ, ਕਾਹਤੇ ਇੱਥੇ ਗਧੇ ਦੀ ਮਿਸਾਲ ਦਿੱਤੀ ਵਾਹਿਗੁਰੂ ਜੀ ਨੇ। ਆਖਣ ਲੱਗੇ ਨੇ ਕਿ ਸਾਖਤ ਥਾਨ ਪਰਿਸ਼ਟ ਫਿਰਾਈ, ਜਿੰਨਾ ਮਰਜ਼ੀ ਨਲਾ ਦਿਓ, ਗੰਦੀ ਤੋਂ ਗੰਦੀ ਜਗ੍ਹਾ ਜਿਹਨੂੰ ਰੂੜੀ ਕਹਿੰਦੇ ਆਪਾਂ, ਗੰਦਗੀ ਦਾ ਢੇਰ, ਉੱਥੇ ਜਾ ਕੇ ਲਟੇਗਾ, ਉੱਥੇ ਜਾ ਕੇ ਹਿਣਕੀ ਜਾਊਗਾ। ਬਿਨ ਸਿਮਰਨ ਕੂਕਰ ਹਰ ਕਾਇਆ, ਸਾਖਤ ਲੋਭੀ ਬੰਦ ਨ ਪਾਇਆ। ਇਹਦੇ ਸਿਮਰਨ ਤੋਂ ਬਗੈਰ ਜਿਹੜਾ ਜੀਵਨ ਉਹ ਤਾਂ ਹਲਕੇ ਕੁੱਤੇ ਵਰਗਾ ਹੈ, ਹਲਕੇ ਕੁੱਤੇ ਵਰਗਾ। ਸਾਖਤ ਲੋਭੀ ਬੰਦ ਨਾ ਪਾਇਆ। ਕਹਿੰਦੇ ਕਿ ਕੀ ਹੋਇਆ, ਉਹ ਜਿਹੜਾ ਪੁਰਸ਼ ਉਹ ਕਿਸੇ ਦੇ ਨਾਲ ਰਲਦਾ ਨਹੀਂ ਹੈ, ਸਾਖਤ ਹੁੰਦਾ, ਲੋਭੀ ਹੁੰਦਾ, ਉਹਦੇ ਲਾਗੇ ਕੋਈ ਨਹੀਂ ਆਉਂਦਾ। ਉਹਦਾ ਜਿਹੜਾ ਮਨ ਹੈ ਉਹ ਤਾਂ ਬੰਧਿਆ ਹੋਇਆ ਹੁੰਦਾ ਸ਼ਰਾਰਤਾਂ ਦੇ ਵਿੱਚ, ਚਾਲਾਕੀਆਂ ਦੇ ਵਿੱਚ, ਤੇ ਉਹਨੇ ਸੰਤੋਖ ਨੂੰ ਕਿੱਦਾਂ ਪਾਉਣਾ। ਹੁਣ ਕਿੱਦਾਂ ਆ ਜਿਹੜਾ ਮਹਾਰਾਜ ਨੇ ਇਹ ਹਲਕੇ ਹੋਏ ਕੁੱਕਰ ਦੀ ਮਿਸਾਲ ਕਿਉਂ ਦਿੱਤੀ। ਅੱਗੇ ਵੀ ਇੱਕ ਜਗ੍ਹਾ ਦੇ ਉੱਤੇ ਆਪਾਂ ਬਚਨ ਕਰ ਚੁੱਕੇ ਹਾਂ, ਗੁਰੂ ਨਿਰੰਕਾਰ ਕਰਿਆ ਕਰੇ, ਫਿਰ ਆਪਣੇ ਮਨ ਨੂੰ ਇਹ ਸਮਝਾ ਲਈਏ। ਇਹ ਜਿਹੜਾ ਹਲਕਾ ਕੁੱਤਾ ਹੁੰਦਾ, ਇਹਦੇ ਵਿੱਚ 4 ਔਗਣ ਹੁੰਦੇ ਨੇ, ਇੱਥੋਂ ਪਛਾਣ ਹੁੰਦਾ ਵੀ ਇਹ ਹਲਕਿਆ ਹੋਇਆ ਹੈ। ਕਹਿੰਦੇ ਉਹਦੀ ਪੂਛ ਸਿੱਧੀ ਹੋ ਜਾਂਦੀ ਆ, ਜਿਹੜੀ 12 ਸਾਲ ਨਲਪੀ ਵੀ ਪਾ ਕੇ ਰੱਖ ਲਓ ਤਾਂ ਸਿੱਧੀ ਨਹੀਂ ਹੁੰਦੀ, ਉਸ ਪੂਛ ਸਿੱਧੀ ਹੋ ਜਾਂਦੀ ਹੈ। ਤੇ ਮੂੰਹ ਦੇ ਵਿੱਚੋਂ ਭਾਈ ਉਹ ਝੱਗ ਸੁੱਟਦਾ, ਬਸ ਝੱਗ ਸਿੱਟੀ ਜਾਂਦਾ। ਪਾਣੀ ਤੋਂ ਬੜਾ ਡਰਦਾ, ਪਾਣੀ ਦੇ ਲਾਗੇ ਨਹੀਂ ਜਾਂਦਾ, ਔਰ ਜਿਹਨੂੰ ਵੀ ਵੜਦਾ ਉਹਨੂੰ ਆਪਣੇ ਵਰਗਾ ਹੀ ਕਰ ਲੈਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਇਹ ਪੁਰਸ਼ ਨੇ, ਇਹਨਾਂ ਦੀ ਇਸ ਤਰ੍ਹਾਂ ਹੈ, ਇਹਨਾਂ ਨੇ ਹੱਥ ਸਿੱਧਾ ਕੀਤਾ ਹੁੰਦਾ ਪੂਛ ਵਾਂਗੂ, ਮੰਗੀ ਜਾਂਦੇ ਨੇ, ਮੰਗੀ ਜਾਂਦੇ ਨੇ, ਮੰਗੀ ਜਾਂਦੇ ਨੇ। ਪਹਿਲਾ ਉਹ ਗੁਣ ਇਹ ਮੰਗੀ ਜਾਣਾ, ਜਾਣੀ ਕਿ ਹਰ ਕੋਲੋਂ ਕੋ ਮੰਗੀ ਜਾਣਾ, ਸੰਗ ਹੀ ਨਹੀਂ ਕਰਨੀ, ਸ਼ਰਮ ਹੀ ਨਹੀਂ ਕਰਨੀ, ਭਾਵੇਂ ਹੱਟਾ ਕੱਟਾ ਹੋਵੇ, ਕਰਤ ਕੋਈ ਕਰਨੀ ਨਹੀਂ, ਮੰਗੀ ਜਾਣਾ, ਪਹਿਲਾ ਔਗਣ। ਦੂਜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੇ ਮਨਮੁਖ ਹੁੰਦੇ ਨੇ, ਇਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਭਗਤਾਂ ਦੀ ਤੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੀ ਤੇ ਨਿਰੰਕਾਰ ਦੀ ਜਾਣੀ ਕਿ ਜਦੋਂ ਨਿੰਦਿਆ ਕਰਨ ਤੋਂ ਵੀ ਝਿਜਕਦੇ ਨਹੀਂ। ਇਹ ਹੈ ਜਿਹੜੀ ਝੱਗ ਸਿੱਟਣੀ ਹੁੰਦੀ ਭਾਈ। ਹਲਕੇ ਕੁੱਤੇ ਨੂੰ ਝੱਗ ਸਿੱਟਣੀ ਤੇ ਜੀਵ ਨੇ ਵੀ ਫਿਰ ਉਹ ਝੱਗ ਹੀ ਸਿੱਟਣੀ ਹੁੰਦੀ ਆ, ਕਿਉਂਕਿ ਉਹ ਨਿੰਦਾ ਹੀ ਕਰੀ ਜਾਂਦਾ। ਤੇ ਨਾਮ ਰੂਪੀ ਜਲ, ਜਿਹੜਾ ਨਾਮ ਰੂਪੀ ਜਲ ਹੈ, ਉਹਦੇ ਕੋਲੋਂ ਬੜੇ ਡਰਦੇ ਨੇ। ਗੁਰਦੁਆਰੇ ਨਹੀਂ ਜਾਣਾ ਭਾਈ, ਕੀ ਕਹਿਣਾ। ਆ ਮੈਨੂੰ ਕੱਲ ਹੀ ਕਿਸੇ ਦਾ ਫੋਨ ਦੇ ਉੱਤੇ ਗੱਲ ਕਰਦੇ, ਕਹਿੰਦੇ ਭਾਈ ਜਦੋਂ ਗੁਰਦੁਆਰੇ ਜਾਈਦਾ ਉੱਥੇ 2 ਹੀ ਗੱਲਾਂ ਹੁੰਦੀਆਂ, ਮਤਲਬ ਵੱਧ ਹੁੰਦੀਆਂ ਨਹੀਂ। ਭਾਈ ਸੇਵਾ ਕਰਿਆ ਕਰੋ, ਨਾਮ ਸਿਮਰਨ ਕਰਿਆ ਕਰੋ, ਅੰਮ੍ਰਿਤ ਛਕਿਆ ਕਰੋ। ਭਈ ਇਹਦੇ ਵਿੱਚ ਕੀ ਮਾੜਾ? ਜੇ ਤੁਸੀਂ ਇਹ ਚੀਜ਼ਾਂ ਕਰ ਰਹੇ ਆ ਤਾਂ ਤੁਹਾਨੂੰ ਕਾਹਦੇ ਡਰ ਇਹ ਚੀਜ਼ ਦਾ? ਡਰ ਤਾਂ ਤੁਹਾਨੂੰ ਤਾਂ ਹੋਵੇ ਜੇ ਤੁਸੀਂ ਕਰਦੇ ਹੀ ਨਹੀਂ। ਜਿਹੜੀਆਂ ਚੀਜ਼ਾਂ ਦੇ ਨਾਲ ਤੁਹਾਡਾ ਮਨ ਪਵਿੱਤਰ, ਧਨ ਪਵਿੱਤਰ ਤੇ ਤੁਹਾਡੀ ਕਾਇਆ ਪਵਿੱਤਰ ਹੋਣੀ ਆ, ਉਹ ਤੁਸੀਂ ਕਰਨਾ ਨਹੀਂ ਚਾਹੁੰਦੇ, ਤਾਂ ਉੱਥੇ ਜਾ ਕੇ ਕਹਿੰਦੇ ਜੀ ਗੁਰਦੁਆਰੇ ਤੋਂ ਬਾਹਰ ਕਹਿੰਦੇ ਨੇ। ਕਹਿੰਦੇ ਇਹ ਵੀ ਜਿਹੜੇ ਨੇ, ਇਹ ਵੀ ਜਲ ਰੂਪੀ ਨਾਮ ਰੂਪੀ ਜਲ ਦੇ ਕੋਲੋਂ ਸੰਗਦੇ ਰਹਿੰਦੇ ਨੇ। ਇਹਨਾਂ ਨੂੰ ਨਾਮ ਚੰਗਾ ਨਹੀਂ ਲੱਗਦਾ। ਤੇ ਚੌਥਾ ਇਹ ਆ, ਇਹ ਜਿਹੜੇ ਚਤਰ ਚਰਾਈਆਂ ਝੂਠ ਵਾਲੇ ਬੋਲ ਕੇ ਸੰਸਾਰ ਤੇ ਜੀਵ ਜੀ ਰਹੇ ਨੇ, ਇਹਦੇ ਨਾਲ ਕੋਈ ਰਲ ਜਾਵੇ ਨਾ, ਉਹਨੂੰ ਵੀ ਗਲਤ ਪਾਸੇ ਨੂੰ ਲਾ ਲੈਂਦੇ ਨੇ। ਛੱਡ ਯਾਰ ਗੁਰਦੁਆਰੇ ਕੀ ਜਾਣਾ, ਚੱਲ ਜਾ ਕੇ ਕਿਸੇ ਪੱਬ ਕਲੱਬ ਦੇ ਵਿੱਚ ਬੈਠ ਚਲੀਏ, 2 ਗਲਾਸ ਪੀਵਾਂਗੇ, ਖੁਸ਼ ਹੋਵਾਂਗੇ, ਤਾਸ਼ ਖੇਲਾਂਗੇ, ਜਾਂ ਕੁਛ ਹੋਰ ਡਾਟ ਖੇਲ ਲਵਾਂਗੇ, ਜਾਂ ਕੁਛ ਹੋਰ ਕਰ ਲਾਂਗੇ। ਬਸ ਇਹ ਸਾਖਤਰੇ ਵਿੱਚ ਜਿਹੜਾ ਉਹ ਹੁੰਦਾ, ਉਦੋਂ ਪ੍ਰਾਣੀ ਨੂੰ ਵੀ ਆਪਣੇ ਵਰਗਾ ਬਣਾ ਲੈਂਦੇ ਨੇ। ਬਿਨ ਸਿਮਰਨ ਹੈ ਆਤਮ ਘਾਤੀ, ਸਾਖਤ ਨੀਚ ਤਿਸ ਕੁਲ ਨਹੀਂ ਜਾਤੀ। ਸਿਮਰਨ ਤੋਂ ਬਗੈਰ ਜੀਵ ਆਤਮ ਘਾਤੀ ਹੈ। ਹੁਣ ਇਹ ਆਤਮ ਘਾਤੀ ਦਾ ਮਤਲਬ ਹੁੰਦਾ ਹੈ ਆਤਮ ਜਿਹੜੀ ਉਹ ਸਾਡੀ ਆਤਮਾ ਘਾਤੀ ਮਰੀ ਹੋਈ। ਸਿਮਰਨ ਤੋਂ ਬਗੈਰ ਜੀਵ ਮੁਰਦਾ ਬਣ ਕੇ ਸੰਸਾਰ ਦੇ ਉੱਤੇ ਜੀ ਰਿਹਾ ਹੁੰਦਾ, ਕਿ ਜਿਹੜੀ ਉਹਦੀ ਆਤਮਾ ਹੈ ਉਹ ਘਾਤੀ ਮਰੀ ਹੋਈ ਹੁੰਦੀ ਹੈ। ਸਾਖਤ ਨੀਚ ਤਿਸ ਕੁਲ ਨਹੀਂ ਜਾਤੀ। ਜਿਹੜਾ ਭਾਈ ਸਾਖਤ ਹੁੰਦਾ ਉਹ ਉੱਚੀ ਕੁਲ ਦੇ ਵਿੱਚ ਨਹੀਂ ਜਾਣਿਆ ਜਾਂਦਾ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ, ਕਹੋ ਨਾਨਕ ਗੁਰ ਜਗਤ ਤਰਾਇਆ। ਜਿਹਦੇ ਉੱਤੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਉਸ ਨੂੰ ਉਹ ਬਖਸ਼ੇ ਹੋਏ ਜਨਾਂ ਦੀ ਸੰਗਤ ਦੇ ਵਿੱਚ ਮਹਲਾ ਦਿੰਦੇ ਹਨ। ਕਹੋ ਨਾਨਕ ਗੁਰ ਜਗਤ ਤਰਾਇਆ। ਇਸੇ ਹੀ ਤਰ੍ਹਾਂ ਸੰਗਤ ਦੇ ਵਿੱਚ ਨਿਰੰਕਾਰ ਜੀ ਆਪਣੇ ਜਿਹਦੇ ਉੱਤੇ ਕਿਰਪਾ ਕਰਦੇ ਭੇਜ ਦਿੰਦੇ ਨੇ, ਉਹ ਸੰਗਤ ਦੇ ਗੁਣ ਹਾਸਲ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਭਾਈ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜਿਹੜੇ ਸਿਮਰਨ ਤੋਂ ਬਗੈਰ ਤੁਰੇ ਫਿਰਦੇ ਨੇ, ਉਹਨਾਂ ਦਾ ਗਿਆਨ ਦਿੱਤਾ। ਤੇ ਅੰਤ ਦੇ ਉੱਤੇ ਕਹਿੰਦੇ ਨੇ ਜਿਹੜੇ ਸੰਤ ਮਹਾਤਮਾ ਦੀ ਜਾਂ ਸਿਮਰਨ ਵਾਲਿਆਂ ਦੀ ਬਖਸ਼ਿਸ਼ ਦੇ ਨਾਲ
ਗਿਆਨ ਪ੍ਰਾਪਤ ਕਰ ਲੈਂਦੇ ਉਹ ਇਸ ਸੰਸਾਰ ਸਮੁੰਦਰ ਤੋਂ ਨਿਰੰਕਾਰ ਜੀ ਨੂੰ ਤਾਰ ਦਿੰਦੇ ਹਨ। ਗੌੜੀ ਮਹਲਾ ਪੰਜਵਾਂ। ਗੁਰ ਕੈ ਬਚਨ ਮੋਹਿ ਪਰਮ ਗਤ ਪਾਈ, ਗੁਰ ਪੂਰੈ ਮੇਰੀ ਪੈਜ ਰਖਾਈ। ਜਿਹੜੇ ਮਹਾਤਮਾ ਜਨ ਹੁੰਦੇ ਨੇ ਨਾ, ਹੁਣ ਫਿਰ ਦੂਸਰਿਆਂ ਨੂੰ ਦੱਸ ਰਿਹਾ ਕੁਛ। ਜਿਹੜੀ ਸੰਗਤ ਬੈਠੀ ਆ ਉਸ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਗੁਰ ਕੇ ਬਚਨ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਗਿਆਨ ਦੇ ਰਾਹੀਂ ਮੈਂ ਪਰਮ ਗਤ ਪਾਈ, ਉੱਚੀ ਪਦਵੀ ਹਾਸਲ ਕਰ ਲਈ, ਮੁਕਤੀ ਹਾਸਲ ਕਰ ਲਈ। ਗੁਰ ਪੂਰੇ ਮੇਰੀ ਪੈਜ ਰਖਾਈ, ਮੇਰੇ ਗੁਰੂ ਨੇ ਮੇਰੀ ਇੱਜ਼ਤ ਇਦੂ ਸੰਸਾਰ ਦੇ ਉੱਤੇ ਆਪ ਬਰਕਰਾਰ ਕਰਕੇ ਰੱਖੀ ਹੋਈ ਹੈ। ਗੁਰ ਕੈ ਬਚਨ ਧਿਆਇਓ ਮੋਹਿ ਨਾਉ, ਗੁਰ ਪ੍ਰਸਾਦ ਮੋਹਿ ਮਿਲਿਆ ਥਾਉ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਮੈਂ ਉਸ ਸਤਨਾਮ ਵਾਹਿਗੁਰੂ ਦੇ ਮੰਤਰ ਨੂੰ ਧਿਆਉਣਾ ਕੀਤਾ। ਗੁਰ ਪ੍ਰਸਾਦ ਮੋਹਿ ਮਿਲਿਆ ਥਾਉ, ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਮੈਂ ਮੰਤਰ ਦਾ ਜਾਪ ਕੀਤਾ ਭਾਈ, ਉਹਦੇ ਕਾਰਨ ਕਰਕੇ ਮੈਂ ਸਤਿਗੁਰੂ ਨੂੰ ਪਿਆਰਾ ਲੱਗਣ ਲੱਗ ਪਿਆ। ਤਾਂ ਮੈਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣਾ ਹੀ ਸਰੂਪ ਬਣਾ ਲਿਆ। ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰੂ ਦੇ ਬਚਨ ਸੁਣ ਸੁਣ ਕੇ ਹਿਰਦੇ ਦੇ ਵਿੱਚ ਟਿਕਾ ਕੇ ਜਿਹੜੀ ਮੇਰੀ ਰਸਨਾ ਅਨਰਸ ਰਾਜ ਰਹੀ ਸੀ, ਇਹ ਹੁਣ ਸੋਹਣੇ ਸੋਹਣੇ ਅਲਫਾਜ਼ ਸਤਿਗੁਰ ਦੀ ਵਡਿਆਈ ਦੇ ਕਰਨ ਲੱਪੀ ਹੈ। ਇਹ ਹੁਣ ਪ੍ਰਮਾਤਮਾ ਨੂੰ ਸੋਹਣਾ ਸੋਹਣਾ ਕਥਨ ਕਰਦੀ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਮੇਰੇ ਤੇ ਉੱਤੇ ਹੋਇਆ। ਤੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ, ਗੁਰੂ ਨਿਰੰਕਾਰ ਦੀ ਕਿਰਪਾ ਦੇ ਨਾਲ ਉਹ ਨਾਮ ਨੇ ਐਡੀ ਮਹਿਮਾ, ਐਡੀ ਮੇਰੇ ਉੱਤੇ ਰਹਿਮਤ ਕੀਤੀ। ਅੰਮ੍ਰਿਤ ਦੇ ਚਰਨੇ ਚਲਾਤੇ, ਮੇਰੇ ਗੱਲੇ ਕਲੇ ਇੰਦਰੇ ਨੇ ਉਹ ਅੰਮ੍ਰਿਤ ਛਕਿਆ। ਤੇ ਮੇਰੀ ਜਿਹੜੀ ਰਸਨਾ ਦੇ ਵਿੱਚੋਂ ਬਚਨ ਵੀ ਨਿਕਲਦੇ ਨੇ, ਉਹ ਵੀ ਬੜੇ ਮਿੱਠੇ ਨਿਰੰਕਾਰ ਦੀ ਕਿਰਪਾ ਦੇ ਨਾਲ ਨਿਕਲਦੇ ਹਨ। ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰੂ ਦੇ ਉਪਦੇਸ਼ ਤੇ ਰਾਹੀਂ ਮੇਰੇ ਅੰਦਰੋਂ ਹੰਕਾਰ ਖਤਮ ਹੋ ਗਿਆ। ਗੁਰੂ ਦੀ ਦਇਆ ਦੇ ਨਾਲ ਮੇਰਾ ਵੱਡਾ ਪ੍ਰਤਾਪ, ਗੁਰੂ ਨੇ ਦਇਆ ਕੀਤੀ ਮੇਰੇ ਤੇ। ਇਸ ਸੰਸਾਰ 'ਚ ਮੈਨੂੰ ਬਹੁਤ ਉੱਚੀ ਸੁੱਚੀ ਇੱਜ਼ਤ ਮਿਲ ਗਈ। ਗੁਰ ਕੈ ਬਚਨ ਮਿਟਿਆ ਮੇਰਾ ਪਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਉਪਦੇਸ਼ ਤੇ ਨਹੀਂ ਮੇਰੇ ਸਾਰੇ ਭਰਮ ਮਿਟ ਗਏ, ਖਤਮ ਹੋ ਗਏ। ਗੁਰ ਕੇ ਬਚਨ ਪੇਖਿਓ ਸਭ ਬ੍ਰਹਮ। ਗੁਰੂ ਦੇ ਬਚਨਾਂ ਨੇ ਮੇਰੇ ਉੱਤੇ ਐਸੀ ਰਹਿਮਤ ਕੀਤੀ, ਮੇਰੇ ਨੇਤਰ ਇਸ ਤਰ੍ਹਾਂ ਦੇ ਗਿਆਨ ਦੇ ਇੰਦਰੇ ਬਣਾ ਦਿੱਤੇ, ਮੈਂ ਹਰ ਜਗ੍ਹਾ ਦੇ ਉੱਤੇ ਉਸ ਬ੍ਰਹਮ ਨਿਰੰਕਾਰ ਵਾਹਿਗੁਰੂ ਨੂੰ ਹੀ ਦੇਖਦਾ ਹਾਂ। ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ। ਗੁਰੂ ਦੇ ਉਪਦੇਸ਼ ਦੇ ਰਾਹੀਂ ਮੈਂ ਰਾਜ ਜੋਗ, ਭਗਤੀ ਜੋਗ, ਜਿਹੜਾ ਭਗਤੀ ਦਾ ਮਾਰਗ ਹੈ, ਇਹ ਮੈਨੂੰ ਬਖਸ਼ਿਸ਼ ਹੋ ਗਿਆ। ਗੁਰ ਕੇ ਸੰਗ ਤਰਿਆ ਸਭ ਲੋਗ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਲ ਜੁੜਨ ਦੇ ਨਾਲ ਹੀ ਜਿਹੜੇ ਸਾਰਾ ਸੰਸਾਰ ਹੈ ਉਹ ਭਾਈ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ। ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਾਉ ਨਿਧ। ਗੁਰੂ ਦੇ ਬਚਨ ਜਿਹੜੇ ਨੇ, ਗੁਰੂ ਦੇ ਉਪਦੇਸ਼ ਦੇ ਰਾਹੀਂ ਮੇਰੇ ਸਾਰੇ ਕਾਰਜ ਠੀਕ ਠਾਕ ਹੋ ਗਏ, ਸਿੱਧ ਹੋ ਗਏ। ਤੇ ਗੁਰ ਕੇ ਬਚਨ ਪਾਇਆ ਨਾਉ ਨਿਧ। ਗੁਰੂ ਨਿਰੰਕਾਰ ਦੇ ਬਚਨ ਉਪਦੇਸ਼ ਦੇ ਨਾਲ ਮੈਂ 9 ਖਜ਼ਾਨੇ ਨਿਧੀਆਂ, ਜਿਹੜੇ ਕਿ ਸਾਰੇ ਆਨੰਦ ਦੇ ਉੱਤੇ। ਇੱਥੇ ਇੱਕ ਖਿਆਲ ਰੱਖਿਓ, ਹੁਣ ਇਹ ਨਹੀਂ ਵੀ ਗੁਰੂ ਦੇ ਬਚਨ ਸੁਣ ਲਏ ਤੇ ਮੈਨੂੰ ਆਹ ਕੁਛ ਮਿਲ ਜਾਣਾ, ਨਹੀਂ। ਇਹ ਗੁਰੂ ਦੇ ਬਚਨ ਸੁਣ ਕੇ ਕਮਾਉਣੇ ਪੈਣੇ ਆ। ਹੁਣ ਗੁਰੂ ਜੀ ਦਾ ਜਿਹੜਾ ਉਪਦੇਸ਼ ਹੈ, ਉਹ ਉਪਦੇਸ਼ ਦੇ ਨੂੰ ਧਾਰਨੀ ਹੋਣਾ ਪੈਣਾ। ਜੇ ਗੁਰੂ ਜੀ ਉਪਦੇਸ਼ ਜਿਹੜੇ ਜਿਹੜੇ ਕਰਦੇ ਨੇ, ਗੁਰੂ ਦਾ ਹੁਕਮ ਜਿਹੜਾ ਹੈ ਉਸ ਨੂੰ ਸਾਨੂੰ ਮੰਨਣਾ ਪੈਣਾ, ਤਾਂ ਜਾ ਕੇ ਇਹ ਦਾਤਾਂ ਪ੍ਰਾਪਤ ਹੋਣੀਆਂ। ਕਰੋ ਕਿਰਪਾ। ਜਿਨ ਜਿਨ ਗੁਰ ਕੀਨੀ ਮੇਰੇ ਗੁਰ ਕੀ ਆਸਾ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਜਿਨ੍ਹਾਂ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਸੱਚੇ ਮਨ ਦੇ ਨਾਲ ਹਿਰਦਾ ਨਿਰਮਲ ਕਰਕੇ ਉਹ ਨਿਰੰਕਾਰ ਦੇ ਦਰਸ਼ਨਾਂ ਦੀ ਆਸਾ ਧਾਰਨ ਕਰ ਲਈ, ਤੇ ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜਮਾਂ ਦੀ ਫਾਹੀ ਉਹਦੀ ਕੱਟ ਦਿੰਦੇ ਨੇ, ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦਿੰਦੇ ਹਨ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰੂ ਦੇ ਉਪਦੇਸ਼ ਦੇ ਰਾਹੀਂ ਮੇਰੇ ਕਰਮ ਜਾਗ ਪਿਆ, ਮੇਰਾ ਭਾਗ ਜਾਗ ਪਿਆ, ਜਿਹਦੇ ਰਾਹੀਂ ਮੇਰੇ ਪਰਮਾਤਮਾ ਨਾਲ ਮਿਲਾਪ ਹੋ ਗਿਆ। ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਬਚਨ ਦੇ ਰਾਹੀਂ ਮੈਨੂੰ ਉਹ ਪਾਰ ਬ੍ਰਹਮ ਭੇਟਿਆ, ਦਾ ਮਤਲਬ ਮਿਲ ਗਿਆ, ਮੇਰਾ ਉਹਦੇ ਨਾਲ ਮਿਲਾਪ ਹੋ ਗਿਆ। ਗੌੜੀ ਮਹਲਾ ਪੰਜਵਾਂ।
तिस गुर को सिमरऊं सास सास, गुर मेरे प्राण सतगुर मेरी रास। और जिस जीव ਨੂੰ ਇਹਦੇ ਸੰਸਾਰ ਦੇ ਉੱਤੇ ਇਹ ਭਰੋਸਾ ਹੋ ਗਿਆ ਕਿ ਜੋ ਕੁਝ ਮੇਰੇ ਕੋਲ ਹੈ, ਅਮੀਰੀ ਮੇਰੇ ਕੋਲ ਹੈ, ਥਨ ਥਨੰਤਰ ਸੋਹਣੇ ਸੋਹਣੇ ਮੇਰੇ ਕੋਲ ਨੇ, ਬੜੀਆਂ ਅੱਛੀਆਂ ਅੱਛੀਆਂ ਗੱਡੀਆਂ ਮੇਰੇ ਕੋਲ ਨੇ, ਮੇਰਾ ਪਰਿਵਾਰ ਸੁਖੀ ਵਸ ਰਿਹਾ, ਮੇਰਾ ਕੁਟੁੰਬ ਸੁਖੀ ਵਸ ਰਿਹਾ, ਮੇਰਾ ਨਗਰ ਸੁਖੀ ਵਸ ਰਿਹਾ, ਉਹ ਫਿਰ ਗੁਰੂ ਦਾ ਸ਼ੁਕਰਾਨਾ ਕਰਦਾ, ਉਹ ਗੁਰੂ ਦੇ ਮੋਹਰੇ ਜਨ ਬਣ ਕੇ ਆ ਜਾਂਦਾ। ਇੰਨਾ ਕੁਝ ਹੋਣ ਦੇ ਵਡਿਆਈਆਂ ਵੀ ਸੰਸਾਰ ਤੇ ਉਹਨੂੰ ਮਿਲ ਰਹੀਆਂ ਨੇ, ਪਰ ਉਹ ਫਿਰ ਗੁਰੂ ਦਾ ਸ਼ੁਕਰਾਨਾ ਕਰਦਾ। ਤੇ ਲੋਕ ਪੁੱਛਦੇ ਨੇ, ਭਾਈ ਤੁਸੀਂ ਕਿਸ ਤਰ੍ਹਾਂ ਇਹ ਸਭ ਕੁਝ ਪ੍ਰਾਪਤ ਕੀਤਾ? ਤਾਂ ਉਸ ਦੱਸਦਾ, ਕਹਿੰਦਾ ਤਿਸ ਗੁਰ ਕੋ ਸਿਮਰੋ ਸਾਥ ਸਾਥ, ਜਿਸ ਗੁਰੂ ਨੇ ਮੈਨੂੰ ਸਭ ਕੁਝ ਦਿੱਤਾ, ਜਿਸ ਗੁਰੂ ਨੇ ਮੈਨੂੰ ਨਿਹਾਲ 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 ਕੀਤਾ, ਇਸ ਸੰਸਾਰ ਦੇ ਜੀਵੋ ਉਹਨੂੰ ਹਰ ਸਾਸ ਦੇ ਨਾਲ ਉਹਦੀ ਵਡਿਆਈ ਕਰੋ, ਸਿਮਰਨ ਕਰੋ। ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ, ਗੁਰੂ ਹੀ ਮੇਰੇ ਪ੍ਰਾਣ ਹਨ। ਪ੍ਰਾਣ ਦਾ ਮਤਲਬ ਜਿਹੜੀ ਸਾਡੀ ਆਤਮਾ ਜਿੰਦ ਹੈ, ਤੇ ਸਤਿਗੁਰ ਮੇਰੀ ਰਾਸ, ਗੁਰੂ ਨਿਰੰਕਾਰ ਹੀ ਮੇਰੀ ਸੱਚੀ ਪੂੰਜੀ ਹੈ, ਉਸ ਦਾ ਨਾਮ ਹੀ ਮੇਰੀ ਸੱਚੀ ਪੂੰਜੀ ਹੈ, ਉਹੀ ਮੈਂ ਕਰ ਰਿਹਾ ਹਾਂ। ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਬਹੁਤ ਪਿਆਰੇ ਨੇ। ਮੈਂ ਜਦੋਂ ਪਹਿਲਾਂ ਵੀ ਇੱਕ ਬੇਨਤੀ ਇਹਦੇ ਵਿੱਚ ਕੀਤੀ ਸੀ ਆਪਕੋ, ਵੀ ਬਹੁਤ ਪਿਆਰੇ ਨੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤਿਆਂ ਤੋਂ ਬਗੈਰ ਗਰਾਹੀ ਨਹੀਂ ਮੂੰਹ ਦੇ ਵਿੱਚ ਪਾਉਂਦੇ। ਭਾਈ ਗੁਰਦੁਆਰਾ ਸਾਹਿਬ ਜਾਣਗੇ, ਸਤਿਗੁਰ ਦਾ ਨਿਤਨੇਮ ਦੀ ਅਰਦਾਸ ਉੱਥੇ ਜਾ ਕੇ ਕਰਨਗੇ, ਸਤਿਗੁਰ ਸੱਚੇ ਪਾਤਸ਼ਾਹ ਦੇ ਵੱਲੋਂ ਜੋ ਹੁਕਮਨਾਮਾ ਕਿਰਪਾ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਹੁੰਦਾ ਹੈ, ਉਸ ਨੂੰ ਇਹ ਪ੍ਰਮਾਣ ਕਰਦੇ ਨੇ। ਤਾਂ ਬੜੇ ਨੇ ਇਸ ਤਰ੍ਹਾਂ ਦੇ, ਬੜੇ ਨੇ। ਔਰ ਇਹ ਕਹਿੰਦੇ ਅਕਾਲ ਪੁਰਖ ਦੀ ਕਿਰਪਾ। ਤੇ ਫਿਰ ਇਹ ਜਿਹੜਾ ਜੀਵ ਹੈ ਜਿਹਨੂੰ ਸਭ ਕੁਝ ਪ੍ਰਾਪਤ ਹੋ ਗਿਆ, ਉਹ ਵੀ ਕਹਿੰਦਾ ਮੈਂ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ। ਮੈਂ ਤਾਂ ਭਾਈ ਜੀ ਨਹੀਂ ਸਕਦਾ ਗੁਰੂ ਦੇ ਦਰਸ਼ਨਾਂ ਤੋਂ ਬਗੈਰ, ਮੈਂ ਤਾਂ ਗੁਰੂ ਦੇ ਦਰਸ਼ਨ ਦੇਖ ਦੇਖ ਕੇ ਹੀ ਜੀ ਰਿਹਾ ਹਾਂ। ਗੁਰ ਕੇ ਚਰਨ ਧੋਏ ਤੇ ਪੀਵਾਂ। ਗੁਰੂ ਦੇ ਚਰਨ ਜਿਹੜੇ ਨੇ, ਗੁਰੂ ਦਾ ਸ਼ਬਦ ਜਿਹੜਾ ਹੈ, ਮੈਂ ਉਹਨੂੰ ਜਪ ਜਪ ਕੇ ਜਨਮਾਂ ਜਨਮੰਤਰਾਂ ਦੀ ਮੈਲ ਆਪਣੀ ਦੂਰ ਕਰ ਦੇਵਾਂ। ਗੁਰ ਕੀ ਰੇਣ ਨਿਤ ਮਜਨ ਕਰੋ, ਜਨਮ ਜਨਮ ਕੀ ਹੋ ਮੈਂ ਮਲ ਹਰੋ। ਗੁਰੂ ਚਰਨਾਂ ਦੀ ਧੂੜੀ ਦੇ ਨਾਲ ਨਿਤਾ ਪ੍ਰਤੀ ਮੱਜਨ ਕਰੋ। ਹੁਣ ਗੁਰੂ ਦੇ ਚਰਨਾਂ ਦੀ ਧੂੜੀ ਨਹੀਂ ਹੁੰਦੀ, ਗੁਰੂ ਕੀ ਸੰਗਤ ਦੇ ਚਰਨਾਂ ਦੀ ਧੂੜੀ ਜ਼ਰੂਰ ਹੁੰਦੀ ਆ। ਉਹ ਵੀ ਅਸੀਂ ਚੱਕ ਕੇ ਮਸਤਕ ਨੂੰ ਲਾਉਣੇ ਵੀ ਸਾਡੇ ਕਿਸੇ ਨਾ ਕਿਸੇ ਤਰ੍ਹਾਂ ਕਰਮ ਜਿਹੜੇ ਸਿੱਧੇ ਹੋ ਜਾਣ। ਪਰ ਇੱਥੇ ਗੁਰਾਂ ਦੇ ਚਰਨਾਂ ਦੀ ਧੂੜੀ ਹੈ, ਉਸ ਦੀ ਸੇਵਾ, ਉਸ ਦਾ ਸਿਮਰਨ। ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਜਨਮ ਜਨਮ ਕੀ ਹਉਮੈ ਮਲ ਹਰੋ, ਮੇਰੇ ਜਨਮ ਜਨਮੰਤਰਾਂ ਦੀ ਜਿਹੜੀ ਹਉਮੈ ਰੂਪੀ ਪਾਪ ਦੀ ਮੈਲ ਲੱਗੀ ਹੋਈ ਸੀ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਤਾਰ ਦਿੰਦੇ ਹਨ। ਤਿਸ ਗੁਰ ਕੋ ਚਲਾਵੂੰ ਪਾਖਾ, ਮਹਾ ਅਗਨ ਤੇ ਹੱਥ ਦੇ ਰਾਖਾ। ਕਹਿੰਦੇ ਮੈਂ ਇਸ ਪੂਰੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪੱਖਾ ਚਲਾਵਾਂ। ਇੱਕ ਮੈਂ ਗੁਰਦੁਆਰੇ ਦੇ ਵਿੱਚ ਬੜੀ, ਕਿਉਂਕਿ ਕਈ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਘੁੰਮਦਾ ਤੁਰਿਆ ਫਿਰਦਾ, ਮਹਾਰਾਜ ਨੇ ਪੈਰ ਚੱਕਰ ਪਾਏ ਹੋਏ, ਦੋਨਾਂ ਦੇ ਤੁਰੇ ਫਿਰਦੇ ਨੇ ਇਹਨਾਂ ਨੇ। ਇੱਕ ਗੁਰਦੁਆਰੇ ਦੇ ਵਿੱਚ ਗਏ ਤਾਂ ਉੱਥੇ ਨਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਗਰਮੀ ਦੇ ਦਿਨ ਸਨ, ਤਾਂ ਉੱਥੇ ਕੂਲਰ ਵੀ ਚੱਲ ਰਿਹਾ ਸੀ ਤੇ ਪੱਖਾ ਵੀ ਚੱਲ ਰਿਹਾ ਸੀ। ਤੇ ਸਾਨੂੰ ਉਹਨਾਂ ਨੇ ਜਾਣਾ ਸੀ ਗਾਹਾਂ ਇੱਕ ਹੋਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ। ਜਿਹੜੇ ਉਦੋਂ ਗੁਰੂ ਦੇ ਗੁਰਦੁਆਰੇ ਦੇ ਮੁਖੀਏ ਸਨ, ਉਹ ਮੈਨੂੰ ਆਖਣ ਲੱਗੇ ਵੀ ਬਾਬਾ ਜੀ ਇਹਨਾਂ ਨੂੰ ਪ੍ਰਾਣੀਆਂ ਨੂੰ ਵੀ ਨਾਲ ਬਹਾਲ ਕੇ ਤੁਸੀਂ ਵੀ ਉੱਥੇ ਜਾਣਾ ਤੇ ਇਹਨਾਂ ਨੂੰ ਲੈ ਜਾਓ। ਅਸੀਂ ਆਖਿਆ ਠੀਕ ਹੈ। ਜਦੋਂ ਅਸੀਂ ਉਹਨਾਂ ਨੂੰ ਲੈ ਕੇ ਤੁਰ ਪਏ, ਬਾਅਦ ਥੋੜੀ ਸੜਕ ਵੀ ਖਰਾਬ ਸੀ, ਪਹਿਲਾਂ ਤਾਂ ਉਹਨਾਂ ਨੇ ਸੜਕ ਦੇ ਉੱਤੇ 35,000 ਨੁਕਸ ਕੱਢਿਆ। ਫਿਰ ਉਹ ਆਖਣ ਲੱਗੇ ਤੇ ਇੱਕ ਦੂਜੇ ਨਾਲ ਸਲਾਹ ਕਰ ਲਏ, ਕਹਿੰਦੇ ਦੇਖੋ ਇੱਥੇ ਕਿੰਨੀ ਮਨਮਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਥੇ ਦੇਖ ਲਓ, ਕਹਿੰਦੇ ਪੱਖੇ ਝੱਲੇ ਜਾਂਦੇ ਨੇ, ਇੱਥੇ ਲਾਏ ਦੇ ਉਹਨਾਂ ਨੇ ਕੂਲਰ ਗਰਮੀ ਦੇ ਰੁੱਤ ਤੇ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਜਦੋਂ ਮੁੜ ਕੇ ਆਉਂਦਾ ਸਾਂ ਉੱਥੋਂ ਅਸੀਂ ਵਾਪਸ ਆਉਂਦੇ ਸਾਂ, ਇਹ ਵਿਦਰ ਨੂੰ ਅਸੀਂ ਜਾਂਦੇ ਸੀ, ਸੱਚੀ ਗੱਲ ਦੇ ਵਿੱਚੋਂ ਅਸੀਂ ਵਿਦਰ ਤੋਂ ਜਦੋਂ ਮੁੜ ਕੇ ਆਉਂਦੇ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ, ਭਾਈ ਤੁਹਾਨੂੰ ਕੀ ਤੁਹਾਡੇ ਕਿਸੇ ਤਰ੍ਹਾਂ ਦੀ ਤਕਲੀਫ ਹੋਈ? ਗੁਰੂ ਸਮਰੱਥ ਹੈ, ਗੁਰੂ ਨਿਰੰਕਾਰ ਹੈ, ਇਹ ਦਾਤਾ ਦੇਣ ਡਿਆ, ਇਹਦੇ ਮੂਹਰੇ ਅਸੀਂ ਅਰਦਾਸਾਂ ਕਰ ਕਰਕੇ ਆਪਣੀਆਂ ਖਾਲੀਆਂ ਝੋਲੀਆਂ ਭਰਦੇ ਹਾਂ ਵੀ ਜੇ ਉੱਥੇ ਪੱਖਾ ਲੱਗਾ ਆ ਤੁਹਾਨੂੰ ਕੀ ਇਤਰਾਜ਼ ਹੋਇਆ? ਤੁਸੀਂ ਉਹ ਪੱਖੇ ਦੇ ਵਿੱਚ ਕੋਈ ਨੁਕਸ ਆ ਉਹਦੇ ਵਿੱਚ? ਜੇ ਕੂਲਰ ਲੱਗਾ ਆ ਤੁਹਾਨੂੰ ਕੀ ਤਕਲੀਫ ਦੇਣ ਡਿਆ? ਫਿਰ ਜਾ ਕੇ ਟਿਕਾਣੇ ਆ ਤੇ ਦੂਸਰੇ ਨੂੰ ਆਖਣ ਲੱਗੇ ਇਹ ਬੰਦੇ ਨੂੰ ਬਹੁਤੀ ਅਕਲ ਉਕਲ ਨਹੀਂ ਹੈ। ਅਸੀਂ ਕਿਹਾ ਠੀਕ ਹੈ, ਅਸੀਂ ਬੇਅਕਲੇ ਹੀ ਠੀਕ ਹੈ। ਤਾਂ ਹੀ ਮੈਂ ਬਾਰ-ਬਾਰ ਕਹਿਣਾ ਹੁੰਦਾ, ਇਦੋਂ ਸੰਸਾਰ ਦੇ ਉੱਤੇ ਸਿਮਰਨ ਕਰਦੇ ਕਰਦੇ ਸਦਾਈ ਵਾਲੀ ਜ਼ਿੰਦਗੀ ਬਤੀਤ ਕਰੋ।
कोई तुहानू पहचान ना सके। सदाइयां वाली जदों रहोगे तो निरंकार जरूर पहचान लेगा। सो इस करके ये चीज़ां देखियां आपां नू भी ये करना चाहिदा है। गर्मी आवे सर्दी आवे उदू मौसम दे ही रमाले वरतने चाहिए ने सानू। उदू ही मौसम दे राही उत्थे निरंकार दे गुरु घर दे विच सानू ये चीज़ां लाउणियां चाहिए, पक्खे लाने चाहिए ने, हीटर लाने चाहिए ने, क्योंकि अपना गुरु तो ये 10 पातशाह की आत्मक जोत है भाई, जागत जोत निरंकार सच्चे पातशाह है। कहते ये एडे दयालु कृपालु ने, महा अगन भयानक रूप माया दी अग जो संसार दे उत्ते वर रही है, अपने प्यारे नू हाथ दे के रख लेंदे हन। तिस गुर के ग्रह टोवूं पानी, जिस गुर ते अकल गत जानी। मैं उदों गुरु दे घर दे विच पानी ढोवां, अगे खूहां तो पानी लैके आया जांदा हुंदा सी। जिस गुरु ते अकल, जिस गुरु तो मैनू मत उच्ची सुच्ची प्राप्त हो गई। भाई कन्हैया जी सारे सुनते हैं, बड़ियां असीं उन्हां दीयां साखियां सुनते हैं, पर भाई कन्हैया जी का जीवन भी असीं पूरा नहीं पढ़िया। बस इन्ना कि जी उन्होंने तो दुश्मनों नू भी पानी पिलाया, निरंकार ने मरम की पत्ती डब्बी दे दी। भाई कन्हैया बारे सोचो तो सही। भाई कन्हैया बड़े अमीर घर के बच्चे सन और एडे रहम दिल, जो छोटी उम्र के बच्चे सी ते भाई कन्हैया जी की करा करते होंदे सन, जेबां दे विच पैसे भर के लै जाने। बाहर जिहड़े बच्चे भुखे होंदे सन जां जिन्हां नूं कोई कपड़ा नहीं सी, इस तरह उन्हां दी सेवा करा करदे सन। एक दिन माता आखण लगी भी कन्हैया जो काम तू कर रहा इहदे नाल तां खजाने छेती खत्म हो जाने आ। काहते करदा? आखण लगा मैं पूरे नूं टोलण आया, पूरे नूं। ते आखण लगी जे तू पूरे नूं टोलणा, पूरा इत्थे नहीं मिलना, जा जाके जंगल बियाबान दे विच तुरिया फिर, जाके बंदगी कर, शायद तैनूं पूरा मिल जावे। ते भाई कन्हैया जी ने उधर तो घर छड़ दिता सी। भाई कन्हैया जी ने जो घर छड़ दिता, भाई कन्हैया जी जंगलों के तुरे फिरदे ने, पर नहीं मन नूं शांति नहीं पहुँच रही। उत्थे कोई गुरु आप ही खेडा वरतोंदा हुंदा, जो कहते हैं कोई बख्शिया मिल गया, गुरु आप ही खेड दे विच अपने किसी होर रूप दे विच आण के अपने प्यारे नूं ज्ञान दिंदा है। उत्थे आण के भाई कन्हैया जी नूं एक जीवन आखिया, फकीर आखण लगा की करदा फिरदा जंगलों च? आखण लगा मैं वो स्थान नूं टोल रहा, उस गुरु नूं टोल रहा ਜਿਹੜੇ गुरु नूं देखदा सारी मैनूं शांति मिल जाए। तो आखण लगे भी तैनूं इत्थों तो नहीं मिलना। कहते भी कित्थों मिलना? आखण लगे जा आनंदपुर की धरती दे, जिहदा पहला नाम चक नानकी सी, माखोवाल की धरती। ये माखो जिहड़ा सी ना, ये बड़ा दैंत होया, वड्डा दैंत। इहदे नां दे उत्ते इह जगह हुंदी सी जिथे अज आनंदपुर साहब है अपना रहो विचार साहब। जदों उत्थे पहुंचे ते पिंडा पुछया, रास्ता पुछया, पहुँचते की जाके की देखते ने, गुरु तेग बहादुर महाराज सच्चे पातशाह जी उस वेले गुरु की संगत नूं उपदेश दे रहे ने। ते भाई कन्हैया जी ने वाहिगुरु जी, गुरु तेग बहादुर महाराज सच्चे पातशाह दे चेहरे नूं देखिया ते नाल ही ठंड आ गई ते पूरा विश्वास बच गया मैं सही जगह के उत्ते आ गया हाँ। मन नूं बहुत कंट्रोल करने की कोशिश करी थी, पर नहीं हुंदा। मैं पूरे गुरु को आ गया। सतगुर सच्चे पातशाह ने उपदेश समाप्त किया, संगत सारी उत्थों चले गई ते भाई कन्हैया जी उत्थे खड़े ने। ते सतगुरां ने आवाज़ मारी, आखण लगे भाई जनों आओ लागे आए ते आखण लगे हाँ दसो की असीं तुहाडे वास्ते कर सकदे, की सेवा साडे लायक। ते भाई कन्हैया जी कहते मैनूं सिख बना लो। मेरे ते रहमत करो गुरु जी, मैनूं सिख बना लो। ते गुरु निरंकार सच्चे पातशाह जी कहते कन्हैया जी, उन्होंने पहला पूछा तेरा नाम क्या? कहते मेरे माँ बाप ने मेरा नाम रखा कन्हैया। कहते कन्हैया एदू दर दे उत्ते सेवा कमाउणी पैंदी आ, फिर कुछ प्राप्ति हुंदी। ते भाई कन्हैया जी कहते महाराज सच्चे पातशाह जी कृपा करो, दसो किहड़ी सेवा करा। ते सतगुर आखण लगे वो गागर पई आ, चक लाए गागर, जा सतलुज ते भर के लिया। ते उन्हें पूछा, भाई कन्हैया जी ने पूछा काहते क्यों की गल की करनी आ? अज तो असीं 35 पहलां सवाल करते हैं, फिर सोचते भी करना या नहीं करना। तो भाई कन्हैया जी ने गागर चकी, सतलुज के कंढे बैठ के गागर भरी चक के लैके आ गया।
ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹਦੇ ਪਾਸ ਆਇਆ, ਨਿਰੰਕਾਰ ਨੇ ਆਪਣਾ ਸੱਜਾ ਪੈਰ ਅਗਾਂਹ ਕਰ ਦਿੱਤਾ, ਆਖਣ ਲੱਗੇ ਪਾ ਦੇ। ਤਾਂ ਉਹਨਾਂ ਨੇ ਸਤਿਗੁਰ ਦੇ ਚਰਨਾਂ ਤੇ ਪਾਈ ਤੇ ਆਖਣ ਲੱਗੇ ਜੀ ਹੁਣ ਹੁਕਮ, ਕਹਿੰਦੇ ਫਿਰ ਚਲ ਜਾ। ਫਿਰ ਗਾਗਰ ਭਰ ਕੇ ਲਿਆਇਆ, ਸਤਿਗੁਰਾਂ ਨੇ ਖੱਬਾ ਪੈਰ ਕਰ ਦਿੱਤਾ, ਫਿਰ ਤੋੜ ਦਿੱਤਾ। ਭਾਈ ਕਨਈਆ ਜੀ ਇਸ ਤਰ੍ਹਾਂ ਸਾਰੀ ਦਿਹਾੜੀ ਕਰਦੇ ਰਹੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਚਰਨ ਅਗਾਂਹ ਕਰਦੇ ਰਹਿ ਗਏ ਤੇ ਉਹ ਜਲ ਜਿਹੜਾ ਸੀ ਚਰਨਾਂ ਤੇ ਪਾਉਂਦੇ ਗਏ। ਜਿਸ ਵੇਲੇ ਸ਼ਾਮਾਂ ਪਈਆਂ ਤਾਂ ਕੀ ਦੇਖਦੇ, ਭਾਈ ਕਨਈਆ ਦਾ ਰੂਪ ਰੰਗ ਉਹੀ ਮਸਤੀ ਵਾਲਾ, ਉਹੀ ਰੂਪ ਰੰਗ, ਉਹਦੇ ਵਿੱਚ ਫਰਕ ਹੀ ਕੋਈ ਨਹੀਂ ਆਇਆ, ਕੋਈ ਮਨ ਦੇ ਵਿੱਚ ਭਰਮ ਨਹੀਂ ਆਇਆ। ਤੇ ਨਿਰੰਕਾਰ ਆਖਣ ਲੱਗੇ ਭਾਈ ਕਨਈਆ ਜੀ ਨੂੰ, ਆਖਣ ਲੱਗੇ ਕਨਈਆ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਤਾਂ ਨਹੀਂ ਆਇਆ? ਆਖਣ ਲੱਗੇ ਮਾਰੇ ਕਾਹਦਾ ਸ਼ੰਕਾ ਹੋਣਾ, ਕੋਈ ਸ਼ੰਕਾ ਨਹੀਂ ਆਇਆ। ਕਹਿੰਦੇ ਵੀ ਦੇਖ ਤੂੰ ਸਾਰੀ ਦਿਹਾੜੀ ਜਲ ਲਿਆਉਂਦਾ ਰਿਹਾ, ਮੈਂ ਆਪਣੇ ਚਰਨ ਅਗਾਂਹ ਕਰਦਾ ਗਿਆ, ਉਹ ਤੇਰਾ ਜਿਹੜਾ ਜਲ ਸੀ ਉਹ ਬਰਬਾਦ ਹੁੰਦਾ ਗਿਆ। ਬੱਚੇ ਨੂੰ ਧਿਆਨ ਨਾਲ ਸੁਣਿਓ, ਬਰਬਾਦ ਹੁੰਦਾ ਗਿਆ। ਤੇ ਭਾਈ ਕਨਈਆ ਜੀ ਹੱਥ ਜੋੜ ਕੇ ਖੜ ਗਿਆ, ਕਹਿੰਦੇ ਮਹਾਰਾਜ ਤੁਸੀਂ ਸਮਰੱਥ ਹੋ, ਤੁਹਾਨੂੰ ਪਤਾ ਹੈ ਕਿ ਸੰਸਾਰ ਤੇ ਕੀ ਕਰਨਾ ਹੈ, ਤੁਹਾਡਾ ਹੀ ਹੁਕਮ ਸਾਰੇ ਚੱਲਦਾ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ। ਆਖਣ ਲੱਗੇ ਦੱਸੋ? ਆਖਣ ਲੱਗੇ ਇਹ ਬਚਨ ਮੁੜ ਕੇ ਨਾ ਕਿਉ ਵੀ ਉਹ ਜਿਹੜਾ ਜਲ ਸੀ ਉਹ ਅਜਾਈ ਚਲੇ ਗਿਆ, ਵਿਅਰਥ ਚਲੇ ਗਿਆ। ਨਿਰੰਕਾਰ ਜਿਹੜੀ ਵਸਤੂ ਆਪ ਜੀ ਦੇ ਚਰਨਾਂ ਨੂੰ ਛੂਹ ਗਈ, ਉਹ ਅੰਮ੍ਰਿਤ ਬਣ ਗਈ। ਅੰਮ੍ਰਿਤ ਬਣ ਗਈ। ਜੋ ਆਪਾਂ ਸੇਵਾ ਇੱਕ ਦੂਜੇ ਦੀ ਕਰਦੇ ਆ, ਅੰਮ੍ਰਿਤ ਹੀ ਬਣ ਲਈ ਕਰਦੇ ਆ ਕਿ ਸਾਡੀ ਮਤ ਚੋਂ ਭਰਮ ਦੂਰ ਹੋ ਜਾਣ, ਸਾਡੀ ਮਤ ਚੋਂ ਜਿਹੜੇ ਸਾਡੇ ਸਵਾਲ ਖੜੇ ਰਹਿੰਦੇ ਨੇ ਉਹ ਦੂਰ ਹੋ ਜਾਣ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਸ ਇੱਥੇ ਆਪਣੇ ਤੇ ਇਹ ਕਿਰਪਾ ਕਰਦੇ ਨੇ ਕਿ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਜਿਹੜੀ ਸੇਵਾ ਹੈ ਉਹ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਕੀਤੀ ਜਾਂਦੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤਿਸ ਗੁਰ ਕੇ ਗ੍ਰਹਿ ਢੋਵੂੰ ਪਾਣੀ, ਮੈਂ ਉਹਦੇ ਗ੍ਰਹਿ ਤੇ ਪਾਣੀ ਢੋਈ ਜਾਵਾਂ। ਭਾਈ ਕਨਈਆ ਜੀ ਵਾਂਗੂ ਕਿਤੇ ਗੁਰੂ ਸਾਡੇ ਤੇ ਵੀ ਕਿਰਪਾ ਕਰ ਦੇਵੇ। ਜਿਸ ਗੁਰੂ ਤੋਂ ਮੈਨੂੰ ਪਰਮੇਸ਼ਰ ਬਾਰੇ ਜਾਣਕਾਰੀ ਹੋਈ, ਜਿਸ ਗੁਰ ਤੇ ਅਕਲ ਗਤ ਜਾਣੀ, ਉਹ ਗੁਰੂ ਦੀ ਮੈਨੂੰ ਸਮਝ ਪਈ, ਉਹ ਗੁਰੂ ਦੇ ਨਿਰੰਕਾਰ ਦਾ ਗਿਆਨ ਮੈਨੂੰ ਪ੍ਰਾਪਤ ਹੋਇਆ। ਜਿਸ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ। ਮੈਂ ਉਦੋਂ ਗੁਰੂ ਨਿਰੰਕਾਰ ਦੇ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਦੀ ਸੇਵਾ ਦੀ ਸੰਗਤ ਦੀ ਸੇਵਾ ਲਈ ਚੱਕੀ ਪੀਵਾਂ, ਹਰ ਵੇਲੇ ਆਟਾ ਪੀਵਾਂ। ਤੇ ਜਿਹਦੀ ਕਿਰਪਾ ਦੇ ਨਾਲ ਜਿੰਨੇ ਵੀ ਬੈਰੀ ਨੇ ਉਹ ਵੀ ਮਿੱਤਰ ਬਣ ਜਾਂਦੇ ਹਨ। ਜਿਨ ਗੁਰਮੁਖੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ। ਜਿਸ ਗੁਰੂ ਨਿਰੰਕਾਰ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਜੀ ਦਾਨ ਦੇ ਦਿੱਤਾ, ਜ਼ਿੰਦਗੀ ਬਖਸ਼ ਦਿੱਤੀ ਮੈਨੂੰ, ਤੇ ਉਹਨੇ ਆਪਣਾ ਦਾਸ ਜਾਣ ਕੇ ਮੈਨੂੰ ਮੁੱਲ ਖਰੀਦ ਲਿਆ। ਮੇਰਾ ਮੁੱਲ ਕੀ ਪਾਇਆ, ਮੈਨੂੰ ਮੇਰੇ ਤੇ ਕੀ ਕਿਰਪਾ ਕੀਤੀ, ਮੇਰਾ ਮੁੱਲ ਕੀ ਪਿਆ, ਮੈਨੂੰ ਨਾਮਦਾਨ ਦਿੱਤਾ, ਸੇਵਾ ਕਰਨ ਦਾ ਸਤਿਗੁਰਾਂ ਨੇ ਅੰਦਾਜ਼ ਸਿਖਾ ਦਿੱਤਾ, ਮੇਰੇ ਅੰਦਰੋਂ ਹਉਮੈ ਖਤਮ ਕਰ ਦਿੱਤੀ। ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਆਪੇ ਪੂਰੇ ਗੁਰੂ ਨੇ ਆਪਣਾ ਪਿਆਰ ਮੇਰੇ ਹਿਰਦੇ ਦੇ ਵਿੱਚ ਟਿਕਾ ਦਿੱਤਾ ਹੈ। ਉਸ ਨਿਰੰਕਾਰ ਪੂਰੇ ਗੁਰੂ ਨੂੰ ਮੈਂ ਵਾਰ-ਵਾਰ ਬਲਿਹਾਰ ਬਲਿਹਾਰ ਜਾਵਾਂ, ਉਸ ਪੂਰੇ ਗੁਰੂ ਨੂੰ ਰੋਮ ਰੋਮ ਕਰਕੇ ਮੇਰੀ ਨਮਸਕਾਰ। ਕਲ ਕਲੇਸ ਪੈ ਪਰਮ ਦੁਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਕਲਪਨਾ, ਜਿਹੜੇ ਮੇਰੇ ਦੁੱਖ ਸਨ, ਭਟਕਣਾ ਜਿਹਨੂੰ ਕਹਿੰਦੇ ਨੇ ਅਸਲ ਰੂਪ ਦੇ ਵਿੱਚ, ਅਸੀਂ ਉਹ ਭਟਕਣਾ ਸਾਡੀ ਖਤਮ ਹੋ ਗਈ। ਭੈ ਜਿਹੜੇ ਸਨ ਉਹ ਵੀ ਦੂਰ ਹੋ ਗਏ, ਜਿਹੜੇ ਭਰਮ ਸਨ ਦੁਚਿੱਤੀ ਵਾਲੇ ਦੁਵਿਧਿਆ ਵਾਲੇ ਉਹ ਵੀ ਸਾਰੇ ਖਤਮ ਹੋ ਗਏ। ਸਾਰੇ ਦੁੱਖ ਨਿਰੰਕਾਰ ਨੇ ਦੂਰ ਕਰ ਦਿੱਤੇ। ਤੇ ਕਹੋ ਨਾਨਕ ਮੇਰਾ ਗੁਰ ਸਮਰੱਥਾ। ਗੁਰੂ ਨਾਨਕ ਨਿਰੰਕਾਰ ਕਹਿੰਦੇ ਇਸ ਸੰਸਾਰ ਦੇ ਜੀਵੋ ਉੱਚੀ ਹੋਕਾਂ ਦੇ ਕੇ ਬੋਲੋ ਕਿ ਮੇਰੇ ਸਮਰੱਥ ਗੁਰੂ ਨੇ, ਮੇਰੇ ਪੂਰੂ ਗੁਰੂ ਦੇ ਮੇਰੇ ਉੱਤੇ ਮਿਹਰ ਕਰਕੇ ਮੈਨੂੰ ਪਰਮਾਤਮਾ ਦੇ ਨਾਲ ਵੀ ਮਿਲਾ ਦਿੱਤਾ। ਗੌੜੀ ਮਹੱਲਾ ਪੰਜਵਾਂ।
ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਨਿਰੰਕਾਰ ਜੀ ਕਿਰਪਾ ਕਰੋ, ਕਿਰਪਾ। ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ। ਹੁਣ ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿੰਦੇ ਉਸ ਸੰਸਾਰ ਦੇ ਵਿੱਚ ਇਨਸਾਨੀ ਜਾਮਿਆਂ ਦੇ ਵਿੱਚ ਆਏ ਹੋਏ ਉਹ ਪੁਰਸ਼ ਆ ਆਪਣੇ ਪ੍ਰੀਤਮ ਦੇ ਮੋਹਰੇ ਆਣ ਕੇ ਖੜ ਤੇ ਕਰ ਅਰਦਾਸ ਕਰਨੀ, ਮੈਂ ਤੈਨੂੰ ਸਿਖਾਣਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਸ ਤਰ੍ਹਾਂ ਫਿਰ ਅਰਦਾਸ ਸਤਿਗੁਰ ਕਹਿੰਦੇ ਨੇ ਕਰ, ਕਿਸ ਤਰ੍ਹਾਂ ਬੰਦਨਾ ਕਰ, ਕਿਸ ਤਰ੍ਹਾਂ ਡੰਡੌਤ ਕਰ। ਕਾਰਨ ਇਹ ਕਿ ਜੇ ਨਾ ਕਰੇਗਾ ਦੇਖਣੀ ਤੇਰਾ ਹਾਲ ਕੀ ਹੋਣਾ, ਉਹ ਵੀ ਨਾਲ ਹੀ ਬਿਆਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਅਰਦਾਸ ਕਰ, ਹੇ ਮੇਰੇ ਪ੍ਰੀਤਮ ਵਾਹਿਗੁਰੂ ਗੋਬਿੰਦ, ਇਸ ਧਰਤੀ ਦੇ ਪ੍ਰਤਪਾਲਕ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਬਣਾ ਕੇ ਆਪਣਾ ਨਾਮ ਦੇ ਦੇਵੋ। ਨਾਮ ਬਿਨਾ ਤ੍ਰਿਗ ਤ੍ਰਿਗ ਸਨੇਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਤੋਂ ਬਗੈਰ ਇਹ ਜਿਹੜੇ ਸਾਰੇ ਦੁਨਿਆਵੀ ਪਦਾਰਥ ਨੇ ਇਹ ਤਰਕਾਰ ਨੇ, ਇਹ ਤਰਕਾਰ ਨੇ ਮਾਲਕ, ਕਿਤੇ ਵੀ ਇਹ ਕੰਮ ਆਉਣ ਵਾਲੇ ਨਹੀਂ ਹਨ। ਰਹਾਉ ਨਾਮ ਬਿਨਾ ਜੋ ਪੈਰੈ ਖਾਏ, ਜੋ ਕੂਕਰ ਜੂਠਨ ਮਹਿ ਪਾਏ। ਜੋ ਜੀਵ ਨਾਮ ਤੋਂ ਬਗੈਰ, ਸਤਿਗੁਰ ਦੇ ਸ਼ੁਕਰਾਨੇ ਤੋਂ ਬਗੈਰ ਸੋਹਣੇ ਸੋਹਣੇ ਕੱਪੜੇ ਪਾ ਲੈਂਦਾ, ਕਹਿੰਦੇ ਉਹ ਤਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਉਹ ਕੁੱਤਾ ਹੁੰਦਾ, ਕੁੱਤਾ ਜਾ ਕੇ ਝੂਠੇ ਭਾਂਡਿਆਂ ਦੇ ਵਿੱਚ ਮੂੰਹ ਮਾਰਦਾ ਹੈ। ਨਾਮ ਬਿਨਾ ਚੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸੀਗਾਰ। ਕਹਿੰਦੇ ਨਾਮ ਤੋਂ ਬਗੈਰ ਜਿੰਨੇ ਵੀ ਇਦੋਂ ਸੰਸਾਰ ਤੇ ਤੂੰ ਕੰਮ ਕਰੇਗਾ ਸਭ ਬੇਅਰਥ ਨੇ, ਨਸਫਲ ਹਨ। ਕਿੱਦਾਂ? ਕਹਿੰਦੇ ਜਿਉਂ ਮਿਰਤਕ ਮਿਥਿਆ ਸੰਸਕਾਰ, ਮਰੀ ਹੋਈ ਜਿਹੜੀ ਲਾਸ਼ ਪਈ ਹੋਵੇ, ਮਰਿਆ ਹੋਇਆ ਸਰੀਰ ਹੋਵੇ, ਇਹਦੇ ਉੱਤੇ ਜਿੰਨੇ ਮਰਜੀ ਸੋਹਣੇ ਸੋਹਣੇ ਕੱਪੜੇ ਪਾਈ ਜਾਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਨਾਮ ਨੂੰ ਵਿਸਾਰ ਕੇ ਅਨੇਕਾਂ ਤਰ੍ਹਾਂ ਦੇ ਭੋਗ ਤੂੰ ਕਰ ਰਿਹਾ ਹੈ, ਅਨੇਕਾਂ ਤਰ੍ਹਾਂ ਦੇ ਰਸਾਂ ਦੇ ਭੋਗਣਾ ਨੂੰ ਤੂੰ ਭੋਗ ਰਿਹਾ ਹੈ। ਕਾਮ ਵਾਸਨਾ ਵਾਲੇ ਭੋਗ, ਰਸਨਾ ਦੇ ਸਵਾਦ ਦੇ ਭੋਗ, ਹਾਰ ਸ਼ਿੰਗਾਰ ਦੇ ਵੀ ਭੋਗ ਜਿਹੜੇ ਤੂੰ ਭੋਗ ਰਿਹਾ, ਇਹ ਤਾਂ ਇਹਨਾਂ ਦੇ ਰਾਹੀਂ ਇਹਨਾਂ ਦਾ ਇਹ ਤਾਂ ਇਸ ਤਰ੍ਹਾਂ ਦੇ ਨੇ, ਤੈਨੂੰ ਇਹਨਾਂ ਇਹ ਦੁੱਖ ਦਿੰਦੇ ਨੇ, ਦੁੱਖ ਦੇਣ ਵਾਲੇ ਹਨ। ਸੁਪਨੇ ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਕਹਿੰਦੇ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਆਉਂਦਾ ਇਸ ਤਰ੍ਹਾਂ ਕਰਨ ਦੇ ਨਾਲ, ਤੇ ਜਿਹੜਾ ਮਨ ਵੀ ਆ ਤੇ ਸਰੀਰ ਵੀ, ਇਹ ਵੀ ਅਨੇਕਾਂ ਤਰ੍ਹਾਂ ਦੇ ਕਸ਼ਟੀ ਰੋਗਾਂ ਦੇ ਨਾਲ ਗਰਸਿਆ ਹੋਇਆ ਹੁੰਦਾ ਹੈ। ਨਾਮ ਤਿਆਗ ਕਰੇ ਅਨਕਾਜ, ਬਿਨ ਸਜਾਏ ਝੂਠੇ ਸਭ ਪਾਜ। ਸਤਿਗੁਰ ਦੀ ਬੰਦਗੀ ਤੋਂ ਇਲਾਵਾ ਹੋਰ ਜਿੰਨੇ ਵੀ ਤੂੰ ਕੰਮ ਕਰਦਾ ਹੈ ਤੂੰ ਸੰਸਾਰ ਤੇ, ਸਾਰੇ ਝੂਠੇ ਦਿਖਾਵੇ ਵਾਲੇ ਹਨ ਭਾਈ। ਬਿਨ ਸਜਾਏ ਝੂਠੇ ਸਭ ਪਾਜ, ਕਹਿੰਦੇ ਇਹ ਸਾਰਿਆਂ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ। ਜਿਹੜਾ ਜੀਵ, ਜਿਹੜਾ ਪੁਰਸ਼ ਨਾਮ ਦੇ ਨਾਲ ਪ੍ਰੀਤੀ ਨਹੀਂ ਲਾਉਂਦਾ, ਉਹ ਪੁਰਸ਼ ਕਰੋੜਾਂ ਕਰਮ ਕਰਦਾ ਹੋਇਆ ਵੀ ਨਰਕਾਂ ਦੇ ਵਿੱਚ ਚਲੇ ਜਾਂਦਾ ਹੈ। ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜੰਪੁਰ ਬਾਦਾ। ਜਿਨ੍ਹਾਂ ਨੇ ਪ੍ਰੀਤਮ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਆਰਾਧਿਆ ਨਹੀਂ, ਸਿਮਰਿਆ ਨਹੀਂ, ਉਹ ਤਾਂ ਚੋਰ ਦੀ ਨਿਆਈ ਹੈ। ਚੋਰ ਨੂੰ ਇੱਥੇ ਵੀ ਕਾਲ ਕੋਠੜੀਆਂ 'ਚ ਬੰਦ ਕੀਤਾ ਜਾਂਦਾ, ਅਨੇਕਾਂ ਤਰ੍ਹਾਂ ਦੇ ਉਹਨੂੰ ਤਸੀਹੇ ਦਿੱਤੇ ਜਾਂਦੇ ਹਨ, ਬੜੀ ਕੁੱਟ ਪੈਂਦੀ ਉਹਨਾਂ ਨੂੰ। ਤਾਂ ਕਹਿੰਦੇ ਉਹ ਜੰਪੁਰ ਵਾਧਾ, ਉਹ ਵੀ ਫੇਰ ਰੱਸਿਆਂ ਦੇ ਨਾਲ ਬੰਨ ਕੇ ਜੰਪੁਰ ਦੇ ਜਾ ਕੇ ਉਹਦਾ ਵੀ ਉਹੀ ਹਾਲ ਹੁੰਦਾ। ਉਹਨੂੰ ਵੀ ਕਾਲ ਕੋਠੜੀਆਂ ਵਿੱਚ, ਜਿਹਨੂੰ ਨਰਕ ਕਹਿੰਦੇ ਹਾਂ, ਉਹਦੇ ਵਿੱਚ ਛੱਡ ਦਿੰਦੇ, ਜੰਪੇ ਬਾਰ ਕੁੱਟਦੇ ਨੇ ਉਹਨਾਂ ਨੂੰ। ਲੱਖ ਅਡੰਬਰ ਬਹੁਤ ਬਿਸਥਾਰਾ, ਨਾਮ ਬਿਨਾ ਝੂਠੇ ਪਸਾਰਾ। ਬੜੇ ਲੱਖਾਂ ਤਰ੍ਹਾਂ ਦੇ ਅਡੰਬਰ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਜਣਾਇਆ ਕਿ ਮੈਂ ਬਹੁਤ ਚੰਗਾ ਹਾਂ, ਮੈਂ ਬਹੁਤ ਚੰਗਾ ਹਾਂ, ਪਰ ਸਿਮਰਨ ਕਦੀ ਕੀਤਾ ਨਹੀਂ, ਨਾਮ ਦਾ ਗਿਆਨ ਕੋਈ ਨਹੀਂ। ਕਹਿੰਦੇ ਇਹ ਵੀ ਸਾਰੇ ਅਡੰਬਰ ਤੇਰੇ ਝੂਠੇ ਹਨ। ਹਰ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਨਾਮ ਵੀ ਬਿਰਲਾ ਜਪ ਸਕਦਾ, ਨਾਮ ਵੀ ਕੋਈ ਹੈ ਜਪ ਸਕਦਾ ਜਿਹਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ, ਉਹੀ ਇਹ ਨਾਮ ਜਪ ਸਕਦਾ, ਤੇ ਉਹੀ ਉਹਨੂੰ ਹੀ ਨਿਰੰਕਾਰ ਕਿਰਪਾ ਕਰਕੇ ਨਾਮ ਦੀ ਦਾਤ ਦਿੰਦੇ ਨੇ। ਕਹਿੰਦੇ ਕੌਣ ਨੇ? ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ। ਗੌੜੀ ਮਹੱਲਾ ਪੰਜਵਾਂ। ਆਦ ਮਦ ਜੋ ਅੰਤ ਨਿਬਾਹੈ, ਸੋ ਸਾਜਨ ਮੇਰਾ ਮਨ ਚਾਹੈ। ਮੈਨੂੰ ਉਹ ਇੱਕ ਐਸੇ ਦੋਸਤ ਮਿੱਤਰ ਪਿਆਰੇ ਦੀ ਜ਼ਰੂਰਤ ਹੈ, ਮੈਂ ਉਹਨੂੰ ਟੋਲਦਾ ਫਿਰਦਾ, ਮੈਂ
ਕਹਿੰਦੇ ਜਿਹੜਾ ਆਦ ਸ਼ੁਰੂਆਤ ਦੇ ਵਿੱਚ ਜਨਮ ਕਾਲ ਦੇ ਵਿੱਚ, ਮੱਧ ਵਿਚਕਾਰ ਦੇ ਵਿੱਚ ਜਦੋਂ ਜਵਾਨੀ ਦਾ ਸਮਾਂ ਸਮਝ ਲਓ, ਤੇ ਫਿਰ ਵਰਤਮਾਨ ਜਿਹਨੂੰ ਆਪਾਂ ਕਹਿ ਦਈਏ, ਤੇ ਅੰਤ ਜਿਸ ਵੇਲੇ ਮੌਤ ਆ ਜਾਣੀ। ਉਹ ਤਿੰਨਾਂ ਜਗ੍ਹਾ ਦੇ ਉੱਤੇ, ਤਿੰਨਾਂ ਦੇ ਵਿੱਚ ਮੇਰਾ ਸਹਾਇਕ ਬਣਿਆ ਰਹੇ। ਉਹ ਮੈਨੂੰ ਸੱਜਣ ਜਿਹੜਾ ਨਾ ਮਿਲ ਜਾਵੇ। ਮੇਰਾ ਮਨ ਉਸ ਸੱਜਣ ਨੂੰ ਟੋਲਦਾ ਹੈ, ਚਾਹੁੰਦਾ ਹੈ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਇਆਲ ਪੁਰਖ ਪੂਰਨ ਪ੍ਰਤਪਾਲੈ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੀਤੀ ਸਦਾ ਹੀ ਸਾਡੇ ਨਾਲ, ਸਾਡੀ ਸਹਾਇਤਾ ਵਾਸਤੇ ਚੱਲਦੀ ਹੈ। ਦਿਆਲ ਪੁਰਖ ਪੂਰਨ ਪ੍ਰਤਪਾਲੇ, ਉਹ ਦਿਆਲੂ ਨਿਰੰਕਾਰ ਸੱਚੇ ਪਾਤਸ਼ਾਹ ਹੀ ਸਾਰਿਆਂ ਦੇ ਪ੍ਰਤਪਾਲਕ ਹਨ। ਰਹਾਉ ਬਿਨ ਸਤ ਨਾਹੀ ਛੋੜ ਨ ਜਾਏ, ਜੈ ਪੇਖਾਂ ਤੈ ਰਿਹਾ ਸਮਾਏ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਬਿਨ ਸਤ, ਉਹਦਾ ਕਦੀ ਨਾਸ਼ ਨਹੀਂ ਹੁੰਦਾ, ਨਾ ਹੀ ਕਦੇ ਉਹ ਛੱਡ ਕੇ ਜਾਂਦਾ। ਭਾਈ ਸਾਨੂੰ ਜਿੱਥੇ ਦੇਖਦੇ ਹਾਂ ਉੱਥੇ ਹੀ ਉਹ ਸਾਡੇ ਵਿੱਚ ਸਮਾਇਆ ਹੋਇਆ, ਸਾਡੇ ਸਾਹਮਣੇ ਸਾਡਾ ਸਾਥੀ ਬਣ ਜਾਂਦਾ ਹੈ। ਸੁੰਦਰ ਸੁਗੜ ਚਤੁਰ ਜੀ ਦਾਤਾ, ਪਾਈ ਪੂਤ ਪਿਤਾ ਪ੍ਰਭ ਮਾਤਾ। ਬੜਾ ਸੁੰਦਰ ਹੈ ਮੇਰਾ ਨਿਰੰਕਾਰ ਵਾਹਿਗੁਰੂ ਜੀ, ਬੜਾ ਸੁਗੜ ਹੈ, ਬਹੁਤ ਡੂੰਘਿਆਂ ਖਿਆਲਾਂ ਵਾਲਾ ਹੈ, ਔਰ ਚਤੁਰ ਵੀ ਬਹੁਤ ਹੈ। ਉਹਨੂੰ ਕੋਈ ਆਪਣੀਆਂ ਚਤਰਾਈਆਂ ਦੇ ਨਾਲ ਜਿੱਤ ਨਹੀਂ ਪਾਈ ਸਕਦਾ। ਤੇ ਸਾਰੇ ਜੀਆਂ ਦਾ ਦਾਤਾ ਵੀ ਉਹੀ ਹੈ, ਇੱਕੋ ਹੀ ਅਕਾਲ ਪੁਰਖ। ਕਹਿੰਦੇ ਉਹ ਮੇਰਾ ਭਾਈ ਵੀ ਆ, ਮੈਂ ਉਹਦਾ ਪੂਤ ਹਾਂ, ਉਹ ਮੇਰਾ ਪਿਤਾ ਵੀ ਹੈ, ਤੇ ਪ੍ਰਭੂ ਹੀ ਮੇਰੀ ਮਾਤਾ ਹੈ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਹਿਰਦੈ ਨਿਵਾਸ। ਜੀਵਨ ਪ੍ਰਾਣ ਮੇਰੇ ਜੀਵਨ ਜੀ ਦੇ ਜਿਹੜੇ ਸਵਾਸ ਨੇ, ਜਾਂ ਜਿਹੜੀ ਮੇਰੀ ਆਤਮਾ, ਉਹਦਾ ਆਸਰਾ ਤੇ ਉਹਦਾ ਸਹਾਰਾ ਉਹਦਾ ਨਾਮ ਹੈ। ਉਹ ਨਿਰੰਕਾਰ ਦਾ ਸਹਾਰਾ ਕੌਣ ਹੈ, ਕਾਹਦਾ ਹੈ? ਸਾਡੀ ਆਤਮਾ ਦਾ। ਉਹਦੇ ਸਹਾਰੇ, ਉਹਦੇ ਹੁਕਮ ਦੇ ਨਾਲ ਹੀ ਇਹ ਸਾਡੀ ਆਤਮਾ ਜਿਹੜੀ ਆ, ਇਹ ਸਾਡੇ ਸਰੀਰ ਦੇ ਵਿੱਚ ਬਹਿ ਕੇ ਕੰਮ ਕਰ ਰਹੀ ਹੈ। ਪ੍ਰੀਤ ਲਾਈ ਕਰ ਦੇ ਨਿਵਾਸ, ਮੈਂ ਉਸ ਨਿਰੰਕਾਰ ਜਿਹੜਾ ਮੇਰੇ ਇੱਥੇ ਗੁਪਤ ਰੂਪ ਦੇ ਵਿੱਚ ਇਦੂ ਸਰੀਰ 'ਚ ਬੈਠਾ ਨਾ, ਇਦੂ ਘੱਟ 'ਚ ਹੀ, ਮੈਂ ਕਹਿੰਦੇ ਉਸ ਨੂੰ ਪਹਿਚਾਣ ਕੇ ਉਹਦੇ ਨਾਲ ਮੈਂ ਹਿਰਦੇ ਦੇ ਵਿੱਚ ਟਿਕ ਹੋਏ ਪ੍ਰਮਾਤਮਾ ਨੂੰ, ਸਤਿਗੁਰ ਨੂੰ, ਉਹਨਾਂ ਮੈਂ ਪ੍ਰੀਤੀ ਪਾ ਲਈ। ਤੇ ਉਹ ਨਿਰੰਕਾਰ ਜਿਹੜਾ ਗੁਪਤ ਰੂਪ ਦੇ ਵਿੱਚ ਸੀ, ਉਹ ਹੁਣ ਪ੍ਰਤੱਖ ਰੂਪ ਦੇ ਵਿੱਚ ਹੋ ਕੇ ਮੈਨੂੰ ਦਰਸ਼ਨ ਦੇ ਕੇ ਮੈਨੂੰ ਨਿਹਾਲ ਕਰਦਾ ਹੈ। ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਮੇਰੇ ਗੋਪਾਲ ਨੇ, ਗੋ ਕਹਿੰਦੇ ਨੇ ਧਰਤੀ ਤੇ, ਪਾਲ ਪਾਲਣਹਾਰੇ ਨੂੰ, ਮੇਰੇ ਨਿਰੰਕਾਰ ਨੇ ਮੇਰੇ ਗਲੋਂ ਮਾਇਆ ਦੀ ਫਾਹੀ ਕੱਢ ਦਿੱਤੀ ਤੇ ਮੈਨੂੰ ਨਦਰੋਂ ਨਿਹਾਲ ਕਰ ਦਿੱਤਾ, ਤੇ ਨਦਰੋਂ ਨਿਹਾਲ ਕਰਕੇ ਮੈਨੂੰ ਆਪਣਾ ਦਾਸ ਬਣਾ ਲਿਆ। ਸਿਮਰ ਸਿਮਰ ਕਾਟੇ ਸਭ ਰੋਗ, ਚਰਨ ਧਿਆਨ ਸਰਬ ਸੁਖ ਭੋਗ। ਮੈਂ ਉਸ ਦੀ ਕਿਰਪਾ ਦੇ ਨਾਲ ਉਹਦੇ ਕੋਲੋਂ ਨਾਮ ਪ੍ਰਾਪਤ ਕਰਕੇ ਉਹ ਉਸ ਨੂੰ ਸਿਮਰਿਆ, ਸਿਮਰਨ ਵਾਲੇ ਨੂੰ ਮੈਂ ਸਿਮਰਿਆ ਤੇ ਮੇਰੇ ਸਾਰੇ ਰੋਗ ਉਹਨੇ ਕੱਟ ਦਿੱਤੇ। ਜਨਮ ਜਨਮੰਤਰਾਂ ਦੀ ਮੈਲ, ਦੋਖ ਪਾਪ ਸਾਰਿਆਂ ਦਾ ਨਾਸ਼ ਕਰ ਦਿੱਤਾ ਉਹਨੇ। ਚਰਨ ਧਿਆਨ ਸਰਬ ਸੁਖ ਭੋਗ, ਜਦੋਂ ਮੈਂ ਉਹਦੇ ਚਰਨ ਜਿਹੜਾ ਉਹਦਾ ਪ੍ਰਗਟ ਕੀਤਾ ਹੋਇਆ ਸ਼ਬਦ, ਉਸ ਦੇ ਨਾਲ ਹਰ ਵੇਲੇ ਆਪਣਾ ਧਿਆਨ ਜੋੜਿਆ, ਤਾਂ ਮੈਨੂੰ ਸਾਰੇ ਸੁਖ ਪਦਾਰਥ ਉਸ ਅਕਾਲ ਪੁਰਖ ਨੇ ਬਖਸ਼ ਦਿੱਤੇ। ਪੂਰਨ ਪੁਰਖ ਨਵਤਨ ਨਿਤ ਬਾਲਾ, ਹਰੇ ਅੰਤਰ ਬਾਹਰ ਸੰਗ ਰਖਵਾਲਾ। ਪੂਰਨ ਪੁਰਖ ਨਵਤਨ ਨਿਤ ਵਾਲਾ ਮੇਰਾ ਨਿਰੰਕਾਰ ਸੱਚੇ ਪਾਤਸ਼ਾਹ ਜੀ, ਉਹ ਅਕਾਲ ਪੁਰਖ ਸਭ ਪਾਸਿਓਂ ਹੀ ਪੂਰੇ ਹਨ, ਉਹ ਤੇ ਸਦਾ ਹੀ ਨਵੀਨ ਹਨ। ਤਾਂ ਨਿਤਾ ਪ੍ਰਤੀ ਵਾਲਾ ਵਾਲੀ, ਵੱਡਾ ਹੁੰਦਾ, ਵੱਡਿਆਂ ਤੋਂ ਵੱਡਾ ਹੈ ਉਹ ਵਾਹਿਗੁਰੂ। ਅੰਤਰ ਬਾਹਰ ਸੰਗ ਰਖਵਾਲਾ, ਮੇਰੇ ਅੰਦਰ ਨਿਰਗੁਣ ਸਰਗੁਣ ਸੰਸਾਰ ਦੇ ਵਿੱਚ, ਮੇਰੇ ਘਟ ਦੇ ਵਿੱਚ ਮੇਰਾ ਹਰ ਵੇਲੇ ਰੱਖਿਆ ਕਰਨ ਵਾਲਾ ਹੈ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕਉ ਦੀਨ। ਗੁਰੂ ਨਿਰੰਕਾਰ ਜੀ ਕਹਿੰਦੇ ਨੇ ਵੀ ਇਸ ਸੰਸਾਰ ਦੇ ਲੋਕੋ, ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਸ ਨੂੰ ਹੀ ਚੀਨ ਦਾ ਮਤਲਬ ਹੁੰਦਾ ਜਾਣਿਆ, ਜਾਣ ਲਓ। ਉਸ ਅਕਾਲ ਪੁਰਖ ਦੇ ਪ੍ਰਮਾਤਮਾ ਦੇ ਨਾਮ ਨੂੰ ਭਾਈ ਜਾਣ ਲਓ, ਉਹ ਪ੍ਰਮਾਤਮਾ ਨੂੰ ਹੀ ਜਾਣ ਲਓ। ਸਰਬਸ ਨਾਮ ਭਗਤ ਕੋ ਦੇਨ, ਸੋ ਹਰੀ ਅਨਰੰਕਾਰ, ਜੋ ਸਾਰੇ ਦਾਨਾਂ ਦੇ ਭੰਡਾਰ ਉਹਦੇ ਕੋਲ ਨੇ, ਉਹ ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ ਸਾਰੇ ਦਾਨਾਂ, ਜਿਹੜੇ ਦਾਨ ਨੇ ਉਹਨਾਂ ਦੇ ਖਜ਼ਾਨੇ ਦੀਆਂ ਕੁੰਜੀਆਂ ਹੀ ਫੜਾ ਦਿੰਦੇ। ਆ ਲੋ ਸੰਤਨਾਥ ਰਾਖੀ ਕੁੰਜੀ,
ਬਸ ਸਾਰੀਆਂ ਕੁੰਜੀਆਂ ਮਾਲਕ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਨੇ। ਗੁਰਮੁਖ ਪਿਆਰਿਓ, ਇੰਨੀ ਸੇਵਾ ਪ੍ਰਵਾਨ ਕਰ ਲੈਣੀ ਆਪ ਜੀ ਨੇ। ਇਸ ਦੇ ਵਿੱਚ ਵੀ ਮੈਂ ਨਿਰੰਕਾਰ ਦੀ ਕਿਰਪਾ ਦੇ ਨਾਲ ਜੋ ਆਪ ਜੀ ਨਾਲ ਸਾਂਝਾ ਕਰੀਦਾ, ਉਹ ਆਪਣੇ ਮਨ ਦੇ ਨਾਲ ਵੀ ਦੋਨੋਂ ਜਣੇ ਅਸੀਂ ਸਾਂਝਾ ਕਰਦੇ ਹੁੰਦੇ ਹਾਂ। ਸੋਚੀ ਦਾ ਬਾਅਦ ਦੇ ਵਿੱਚ ਵੀ ਸੋ ਇਹਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ੰਦ ਹੈ, ਬਖਸ਼ੰਦ ਹੈ। ਗੁਰੂ ਤੁਹਾਡੇ ਵਿੱਚ ਹੀ ਗੁਰੂ ਬੈਠਾ ਹੈ ਜਿਹੜਾ ਸਾਨੂੰ ਬਖਸ਼ ਲੈਣਾ। ਸਾਡੇ ਲਈ ਅਰਦਾਸ ਕਰਨੀ, ਕਾਮ ਕ੍ਰੋਧ ਰੂਪ ਅਹੰਕਾਰ ਤੋਂ ਬਚਾ ਕੇ ਮਨ ਵਿਰਤੀ ਜੋੜ ਕੇ ਆਪ ਜੀ ਦੀ ਸੇਵਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਰਵਾ ਲੈਣ, ਜਿਹਦੇ ਰਾਹੀਂ ਆਪ ਜੀ ਦੀ ਸੇਵਾ ਦੇ ਰਾਹੀਂ ਅਸੀਂ ਵੀ ਇਹ ਸੰਸਾਰ ਤੋਂ ਆਪਣਾ ਜਨਮ ਤੇ ਮਨ ਨੂੰ ਖਤਮ ਕਰਕੇ ਜਾਈਏ, ਨਿਰੰਕਾਰ ਦੇ ਦਰ ਪ੍ਰਵਾਨ ਹੋ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ ਗੁਰੂ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।